ਇਹ ਜੀ ਬੈਂਕ ਦੀ ਨਲਾਇਕੀ ਕਰਕੇ ਜੀ ਚੱਲਦਾ ਕਾਰੋਬਾਰ ਤਬਾਹ ਹੋਇਆ ਜੀ ਔਰ ਬੈਂਕ ਦੀ ਵੀ ਛੋਟੀ ਨਲਾਇਕੀ ਨਹੀਂ ਬਹੁਤ ਵੱਡੀ ਨਲਾਇਕੀ ਕਰਕੇ ਜਿਹੜਾ ਇਹ ਖੰਡਰ ਹੋ ਚੁੱਕਿਆ। ਕਬਜ਼ਾ ਲੈਣ ਆਏ 1/3/2011 ਨੂੰ ਕਬਜ਼ਾ ਲੈਣ ਆਏ ਇੱਥੇ ਭੋਲਾਪੁਰ ਦੇ ਨਾਲ ਮੰਗਲੀ ਨੀਚੀ ਟੋਟਲ ਪਲਾਂਟ ਐਂਡ ਮਸ਼ੀਨਰੀ ਸਾਰੀਆਂ ਚੀਜ਼ਾਂ ਜਿਹੜੀਆਂ ਬੈਂਕ ਕੋਲ ਗਹਿਣੇ ਵੀ ਨਹੀਂ ਸੀ ਉਹ ਵੀ ਚੱਕ ਕੇ ਉਹਨਾਂ ਨੇ ਕਬਜ਼ੇ 'ਚ ਲੈ ਲਈ। ਬਾਹਰ ਗਾਰਡ ਬੈਠੇ ਹੋਣ ਜੀ, ਗਾਰਡ ਦੇ ਨਾਲ ਦਾ ਗੇਟ ਤਾਂ ਕੋਈ ਨਹੀਂ ਚੱਕ ਸਕਦਾ, ਜੀ ਉਹ ਗੇਟ ਵੀ ਗਾਇਬ ਹੈ ਜੀ। ਮੈਂ ਇੱਕ ਵਕੀਲ ਹੋਣ ਦੇ ਨਾਤੇ ਕਹਿ ਰਿਹਾ, ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਪੁਲਿਸ ਜਿਹੜੀ ਹੈਗੀ ਆ ਉਹ ਬਿਲਕੁਲ ਨਾਕਾਮ ਹੋ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵੀ ਗਾਰਡ ਬੈਠੇ ਹੋਣ ਔਰ ਇਸ ਪ੍ਰਾਪਰਟੀ ਦੀ ਸੁਰੱਖਿਆ ਲਈ ਬੈਠੇ ਹੋਣ ਤਾਂ ਫਿਰ ਵੀ ਅੰਦਰੋਂ ਸਮਾਨ ਚੱਕਿਆ ਜਾਵੇ, ਇਹਦਾ ਹੀ ਭਰਪਾਈ ਕੌਣ ਕਰੇਗਾ? ਕਿਸੇ ਕਿਸਮ ਦਾ ਕੋਈ ਸਟੇ ਨਹੀਂ, ਕੋਈ ਰੋਕ ਨਹੀਂ। 2017 ਤੱਕ ਨਿਲਾਮੀ ਨਾ ਭਰਨ ਦਾ ਕੀ ਕਾਰਨ ਹੈ? ਜੋ ਚੀਜ਼ਾਂ ਨਹੀਂ ਰੱਖੀਆਂ ਜਾਂਦੀਆਂ ਨਿਲਾਮੀ ਦੇ ਵਿੱਚ ਸਿਰਫ ਜ਼ਮੀਨ ਤੇ ਬਿਲਡਿੰਗ ਵੇਚਿਆ ਗਿਆ, ਸਾਰਾ ਕੁਝ। ਇਹ ਮੇਰੀ ਮਸ਼ੀਨਰੀ ਹੈ ਜਿਹੜੀ ਕਰੋੜਾਂ ਦੀ ਸੀ, ਉਹ ਬਿਨਾਂ ਨਿਲਾਮੀ ਤੋਂ ਕਿੱਦਾਂ ਵੇਚੀ? ਪੁਲਿਸ ਇਨਵੈਸਟੀਗੇਸ਼ਨ ਹੀ ਕਰਦੀ ਜਾ ਰਹੀ ਹੈ, ਇਨਵੈਸਟੀਗੇਸ਼ਨ ਹੀ ਕਰਦੀ ਜਾ ਰਹੀ ਹੈ, ਪਰ ਕੰਮ ਕੋਈ ਨਹੀਂ ਕਰ ਰਹੀ। ਇੱਥੇ ਮੈਂ ਖੁੱਲ੍ਹ ਕੇ ਕਹਾਂ ਕਿ ਵੀ ਇੱਥੇ ਪੈਸਿਆਂ ਦਾ ਲੈਣ ਦੇਣ ਹੋ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇਹਦੇ 'ਚ ਕੋਈ ਕਹਿਣਾ ਗਲਤ ਹੈ। ਪ੍ਰਾਈਮੋ ਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਇਸ ਟਾਈਮ ਅਸੀਂ ਖੜੇ ਹਾਂ ਚੰਡੀਗੜ੍ਹ ਰੋਡ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਇਹ ਬਿਲਡਿੰਗ ਹੈ ਜਿੱਥੇ ਇਸ ਟਾਈਮ ਇਹ ਖੰਡਰ ਬਣ ਚੁੱਕੀ ਹੈ। ਇਸ ਬਿਲਡਿੰਗ ਦੀ ਜਿਹੜੀ ਕੀਮਤ ਹੈ ਕਰੋੜਾਂ ਦੇ ਵਿੱਚ ਹੈ। ਤੋਂ ਇਹ ਪਹਿਲਾਂ ਇੱਕ ਫੈਕਟਰੀ ਹੁੰਦੀ ਸੀ ਇੱਥੇ, ਕੋਈ ਡੱਬੇ ਪਲਾਸਟਿਕ ਦੇ ਡੱਬੇ ਵਗੈਰਾ ਬਣਦੇ ਸੀ, ਤਾਂ ਉਸ ਸਮੇਂ ਇਹਦੇ ਵਿੱਚ ਕਰੋੜਾਂ ਦੀ ਜਿਹੜੀ ਮਸ਼ੀਨਰੀ ਵੀ ਇੱਥੇ ਪਈ ਸੀ। ਪਰ ਇੱਕ ਬੈਂਕ ਦੀ ਗਲਤੀ ਕਰਕੇ, ਵੱਡੇ ਬੈਂਕ ਦੀ ਗਲਤੀ ਕਰਕੇ ਅੱਜ ਇਹ ਖੰਡਰ ਬਣ ਚੁੱਕਿਆ। ਇੱਕ ਪਾਸੇ ਬੈਂਕ ਕਹਿੰਦੇ ਨੇ, ਸਰਕਾਰਾਂ ਕਹਿੰਦੀਆਂ ਨੇ ਲੋਨ ਲਓ, ਆਪਣੇ ਕਾਰੋਬਾਰ ਨੂੰ ਅੱਗੇ ਵਧਾਓ, ਤਾਂ ਦੂਜੇ ਪਾਸੇ ਬੈਂਕਾਂ ਦੀ ਨਲਾਇਕੀ ਕਰਕੇ ਇਸ ਤਰ੍ਹਾਂ ਦੇ ਖੰਡਰ ਬਣਦੇ ਜਾ ਰਹੇ ਨੇ। ਸੋ ਇਹ ਵਾਕਿਆ ਕਿਸੇ ਆਮ ਵਿਅਕਤੀ ਨਾਲ ਨਹੀਂ ਹੋਇਆ ਹੈਗਾ, ਇਹ ਵਾਕਿਆ ਵੀ ਹੋਇਆ ਇੱਕ ਵਕੀਲ ਨਾਲ। ਹੈਰਾਨੀ ਦੀ ਗੱਲ ਹੈ, ਜੇ ਇੱਕ ਵਕੀਲ ਨਾਲ ਅਜਿਹਾ ਕਾਰਾ ਹੋ ਸਕਦਾ ਹੈ ਤਾਂ ਆਮ ਬੰਦੇ ਦਾ ਕੀ ਹੋਏਗਾ? ਸਾਰਾ ਮਾਮਲਾ ਕੀ ਹੈ, ਇਹ ਕਿਵੇਂ ਖੰਡਰ ਬਣੀ ਹੈ ਇਹ ਜ਼ਮੀਨ, ਕਿਵੇਂ ਇਹ ਕਾਰੋਬਾਰ ਤਬਾਹ ਹੋਇਆ? ਹਰਪ੍ਰੀਤ ਸਿੰਘ ਐਡਵੋਕੇਟ ਨੇ ਜਿਨ੍ਹਾਂ ਦੀ ਜ਼ਮੀਨ ਹੈਗੀ, ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਅਸਲ 'ਚ ਮਾਮਲਾ ਕੀ ਹੈ, ਕੀ ਕਾਰਨ ਹੈ ਇਹ ਖੰਡਰ ਬਣਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਜੀ, ਕੀ ਸਾਰਾ ਮਾਮਲਾ ਹੈਗਾ ਵਾ? ਖੰਡਰ ਬਣਿਆ ਪਿਆ ਵਾ, ਚੰਡੀਗੜ੍ਹ ਰੋਡ ਤੇ ਅਸੀਂ ਖੜੇ ਹਾਂ। ਇਹ ਜੀ ਬੈਂਕ ਦੀ ਨਲਾਇਕੀ ਕਰਕੇ ਜੀ ਚੱਲਦਾ ਕਾਰੋਬਾਰ ਤਬਾਹ ਹੋਇਆ ਜੀ ਔਰ ਬੈਂਕ ਦੀ ਵੀ ਛੋਟੀ ਨਲਾਇਕੀ ਨਹੀਂ ਬਹੁਤ ਵੱਡੀ ਨਲਾਇਕੀ ਕਰਕੇ ਜਿਹੜਾ ਇਹ ਖੰਡਰ ਹੋ ਚੁੱਕਾ ਹੈ। ਕਿਹੜਾ ਬੈਂਕ ਸੀਗਾ ਹਰਪ੍ਰੀਤ ਜੀ? ਇਹ 2007 ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਸੀਗਾ ਜੀ। ਜੀ ਉਹ ਬੈਂਕ ਤੋਂ ਅਸੀਂ 31/3/2007 ਨੂੰ ਜੀ 40 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਗਹਿਣੇ ਰੱਖ ਕੇ ਲਿਮਟ ਲਈ ਸੀ। ਜੀ ਉਹ ਲਿਮਟ ਜਿਹੜੀ ਲਈ ਸੀ ਜੀ ਪਿੰਡ ਭੋਲਾਪੁਰ ਦੀ ਜ਼ਮੀਨ ਦੇ ਅਗੇਂਸਟ ਲਈ ਸੀ ਜੀ ਤੇ ਸਿਰਫ 40 ਲੱਖ ਰੁਪਏ ਦੀ ਲਿਮਟ ਸੀਗੀ ਜੀ। ਇਹੀ ਜ਼ਮੀਨ ਭੋਲਾਪੁਰ ਵਾਲੀ ਜੀ? ਇਸੇ ਜ਼ਮੀਨ ਤੇ। ਠੀਕ ਹੈ ਜੀ। ਇਹ ਜਿਹੜੀ ਤੁਸੀਂ ਜ਼ਮੀਨ ਦੇਖ ਰਹੇ ਹੋ ਅੱਗੇ ਮੰਗਲੀ ਨੀਚੀ ਹੈ ਜੀ, ਜਿਹੜੀ ਚੰਡੀਗੜ੍ਹ ਰੋਡ ਨੂੰ ਲੱਗਦੀ ਹੈ, ਪਿੱਛੇ ਭੋਲਾਪੁਰ ਹੈ ਜੀ। ਜੀ ਮੰਗਲੀ ਨੀਚੀ ਵੀ ਉਸੇ ਬੈਂਕ ਕੋਲ ਗਹਿਣੇ ਸੀ ਜੀ, ਭੋਲਾਪੁਰ ਵੀ ਅਸੀਂ ਉਸੇ ਬੈਂਕ ਨੂੰ ਗਹਿਣੇ ਦੇ ਕੇ ਉਹਨਾਂ ਤੋਂ 40 ਲੱਖ ਰੁਪਏ ਲਿਆ ਸੀ। ਜੀ 8/3/2010 ਨੂੰ ਜੀ ਇਹ ਸਾਡਾ ਖਾਤਾ NPA ਡਿਕਲੇਅਰ ਕੀਤਾ ਗਿਆ ਤੇ ਸਾਡੇ ਤੋਂ 16,87,070 ਰੁਪਏ ਦੀ ਮੰਗ ਕੀਤੀ। ਜੀ ਭੋਲਾਪੁਰ ਦੀ ਜ਼ਮੀਨ ਵੇਚਣ ਬਾਰੇ ਕਿਹਾ ਗਿਆ, ਜੇ ਨਹੀਂ ਦਿੰਦੇ ਤਾਂ 60 ਦਿਨ ਦੇ ਵਿੱਚ ਜਿਹੜਾ ਅਗਲੀ ਕਾਰਵਾਈ ਸਰਫੇਸੀ ਦੀ ਸ਼ੁਰੂ ਹੋਊਗੀ। NPA ਹੋਣ ਦਾ ਕਾਰਨ ਕਿਸੇ ਅਕਾਊਂਟ ਜੀ? ਅੱਜ ਤੱਕ ਕਦੇ ਸਾਹਮਣੇ ਨਹੀਂ ਜੀ ਆਇਆ। ਅੱਛਾ ਜੀ। ਅੱਜ ਤੱਕ ਕਦੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਵੀ NPA ਹੋਣ ਦਾ ਕਾਰਨ ਹੀ ਨਹੀਂ ਸਾਹਮਣੇ ਨਹੀਂ ਆਇਆ। ਜੀ ਜੀ ਓਕੇ। 16,87,000 ਮੰਗੇ ਸੀਗੇ ਜੀ, ਪੈਸੇ ਨਹੀਂ ਦਿੱਤੇ। ਕਾਰਵਾਈ ਅੱਗੇ ਵਧਾਉਂਦੇ ਹੋਏ ਉਹਨਾਂ ਨੇ DM ਸਾਹਿਬ ਤੋਂ ਸੈਕਸ਼ਨ 14 'ਚ ਹੁਕਮ ਲੈ ਲਿਆ ਕਿ ਵੀ ਭੋਲਾਪੁਰ ਦਾ ਕਬਜ਼ਾ ਲੈਣਾ ਹੈਗਾ ਜੀ। ਕਬਜ਼ਾ ਲੈਣ ਆਏ 1/3/2011 ਨੂੰ ਕਬਜ਼ਾ ਲੈਣ ਆਏ ਇੱਥੇ ਭੋਲਾਪੁਰ ਦੇ ਨਾਲ ਮੰਗਲੀ ਨੀਚੀ ਟੋਟਲ ਪਲਾਂਟ ਐਂਡ ਮਸ਼ੀਨਰੀ ਸਾਰੀਆਂ ਚੀਜ਼ਾਂ ਜਿਹੜੀਆਂ ਬੈਂਕ ਕੋਲ ਗਹਿਣੇ ਵੀ ਨਹੀਂ ਸੀ ਉਹ ਵੀ ਚੱਕ ਕੇ ਉਹਨਾਂ ਨੇ ਕਬਜ਼ੇ 'ਚ ਲੈ ਲਈਆਂ ਜੀ। ਹੁਣ ਇਹ ਹੈਰਾਨੀ ਵਾਲੀ ਗੱਲ ਹੈ ਕਿ ਵੀ ਉਹਨਾਂ ਨੂੰ ਇਹ ਦੱਸਿਆ ਗਿਆ ਮੌਕੇ ਤੇ ਸਭ ਕੁਝ ਦੱਸਿਆ ਗਿਆ ਕਿ ਵੀ ਇਹ ਮੰਗਲੀ ਨੀਚੀ ਹੈ, ਇਹ ਤੁਹਾਡੇ ਕੋਲ ਗਹਿਣੇ ਆ, ਇਹ ਤਾਂ ਖਾਤੇ ਹੀ ਠੀਕ ਨੇ। ਜੇ ਇਹ ਖਾਤੇ ਠੀਕ ਨੇ ਤੇ ਇਹਨਾਂ ਦਾ ਕਬਜ਼ਾ ਕਿਉਂ ਲਿਆ ਜਾ ਰਿਹਾ? ਤਾਂ ਉਹ ਕਹਿੰਦੇ ਜੀ ਬੈਂਕ ਵਿੱਚ ਆ ਕੇ ਗੱਲ ਕਰਿਓ,
ਇੱਥੇ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਜਾਣੀ। 16,87,000 ਮੰਗਦੇ ਆ ਜੀ। ਇੱਕ ਤੈਨੂੰ ਕਬਜ਼ਾ ਲੈ ਲੈਂਦੇ ਆ, ਨਜਾਇਜ਼ ਹੈ ਜਾਇਜ਼ ਹੈ, ਆਪਾਂ ਇਸ ਗੱਲ 'ਚ ਨਹੀਂ ਜਾਂਦੇ। 29/6/2011 ਨੂੰ ਇੱਥੇ ਪਹਿਲੀ ਵਾਰ ਚੋਰੀ ਜਿਹੜੀ ਆ ਦਿਖਦੀ ਹੈ ਵੀ ਚੋਰੀ ਹੋਈ ਆ। ਅਸੀਂ ਬੰਦੇ ਫੜਦੇ ਆ, ਬੰਦੇ ਫੜ ਕੇ ਚੌਂਕੀ ਰਾਮਗੜ੍ਹ ਨੂੰ ਦਿੰਨੇ ਆ। 30/6/2011 ਤੋਂ ਲੈ ਕੇ 2018 ਤੱਕ 2019 ਤੱਕ, ਜਾਂ ਮੈਂ ਇਹ ਕਹਿ ਲਾਂ ਕਿ ਜਦੋਂ ਤੱਕ ਸਾਨੂੰ ਕਬਜ਼ਾ ਨਹੀਂ ਮਿਲਦਾ ਉਦੋਂ ਤੱਕ ਇੱਥੇ ਚੋਰੀਆਂ ਹੁੰਦੀਆਂ ਰਹਿੰਦੀਆਂ ਜੀ। ਤੱਕ ਬੈਂਕ ਕੋਲ ਕਬਜ਼ਾ ਸੀ, ਇੱਥੇ ਲਗਾਤਾਰ ਚੋਰੀਆਂ ਹੁੰਦੀਆਂ ਰਹੀਆਂ, ਤੁਹਾਡਾ ਕਹਿੰਦਾ ਭਾਵੇਂ। ਬਿਲਕੁਲ ਠੀਕ ਹੈ, ਬਿਲਕੁਲ। ਇੱਥੇ ਬੈਂਕ ਵੱਲੋਂ ਕੋਈ ਸਿਕਿਉਰਿਟੀ ਗਾਰਡ ਜਾਂ ਕਿਸੇ ਦੀ ਸੁਰੱਖਿਆ ਦੀ ਮੁਹੱਈਆ, ਕਿਉਂਕਿ ਵੱਡੀ ਤੁਸੀਂ ਦੱਸ ਰਹੇ ਹੋ ਵੱਡੀ ਮਸ਼ੀਨਰੀ ਅੰਦਰ ਪਈ ਸੀਗੀ, ਸੋ ਅੰਦਰ ਦਾ ਹਾਲ ਵੀ ਤੁਹਾਨੂੰ ਦਿਖਾਵਾਂਗੇ ਕੀ ਹੈਗਾ ਵਾ। ਸੋ ਕੋਈ ਸੁਰੱਖਿਆ ਨਹੀਂ ਦਿੱਤੀ ਗਈ ਬੈਂਕ ਵੱਲੋਂ ਇੱਥੇ ਕਿਹਦੀ? ਸੁਰੱਖਿਆ ਪੂਰੀ ਹੈ ਜੀ। ਬਾਹਰ ਸੁਰੱਖਿਆ ਗਾਰਡ ਰੱਖੇ ਗਏ ਸੀਗੇ ਜੀ। ਜਦੋਂ ਚੋਰੀ ਦੀ ਘਟਨਾ ਸਾਹਮਣੇ ਆਉਂਦੀ ਆ ਉਵੇਂ ਉਵੇਂ ਸੁਰੱਖਿਆ ਗਾਰਡ ਵੱਜ ਜਾਂਦੇ ਨੇ ਜੀ, ਉਹਦੇ ਨਾਲ ਚੋਰੀ ਵੀ ਵੱਜ ਜਾਂਦੀ ਹੈ ਜੀ। ਮੈਂ ਬਾਹਰ ਗਾਰਡ ਬੈਠੇ ਹੋਣ ਜੀ, ਗਾਰਡ ਦੇ ਨਾਲ ਦਾ ਗੇਟ ਤਾਂ ਕੋਈ ਨਹੀਂ ਚੱਕ ਸਕਦਾ ਜੀ, ਉਹ ਗੇਟ ਵੀ ਗਾਇਬ ਹੈ ਜੀ। ਮੈਂ ਤੁਹਾਨੂੰ ਜੇ ਫੋਟੋ ਦਿਖਾਵਾਂ ਜੀ, ਆ ਜੀ ਗੇਟ ਲੱਗਿਆ ਸੀਗਾ, ਇਹਦੇ ਨਾਲ ਇੱਥੇ ਗਾਰਡ ਬੈਠਾ ਜੀ। ਆ ਗੇਟ ਹੀ ਚੱਕਿਆ ਜਾਂਦਾ ਹੈ ਜੀ, ਜੀ। ਮਤਲਬ ਅੰਦਰ ਦੀ ਰਖਵਾਲੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਦੋਂ ਬਾਹਰਲਾ ਗੇਟ ਹੀ ਚੱਕਿਆ ਜਾਵੇ ਕਿਸੇ ਫੈਕਟਰੀ ਦਾ ਜਿੱਥੇ ਗਾਰਡ ਬੈਠੇ ਨੇ, ਬੈਂਕ ਨੇ ਲਾਏ ਨੇ, ਤਾਂ ਅੰਦਰ ਕਿਹੜੀ ਰਖਵਾਲੀ ਹੋਣੀ ਹੈ ਜੀ? ਹਰਪ੍ਰੀਤ ਜੀ, ਅੰਦਰ ਕਿੰਨੀ ਮਸ਼ੀਨਰੀ ਜੇ ਗੱਲ ਕੀਤੀ ਜਾਵੇ ਤਾਂ ਕਿੰਨੀ ਮਸ਼ੀਨਰੀ ਉਸ ਸਮੇਂ ਪਈ ਸੀ, ਕੀਮਤ ਕਿੰਨੀ ਸੀ ਮਸ਼ੀਨਰੀ ਦੀ, ਤੇ ਲਗਭਗ ਜੇ ਆਪਾਂ ਕਰੀਏ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਨੁਕਸਾਨ ਹੋਇਆ ਤੁਹਾਡਾ ਮਸ਼ੀਨਰੀ ਦਾ ਇਕੱਲਾ? ਜੇ ਕੱਲੀ ਮਸ਼ੀਨਰੀ ਦੀ ਗੱਲ ਕਰੀਏ ਜੀ, ਜੇ ਇਹ ਸਾਰੀ ਬੈਂਕ ਆਫ ਮਹਾਰਾਸ਼ਟਰ ਤੋਂ ਸਾਡੀ ਫਾਈਨੈਂਸ ਸੀਗੀ ਜੀ। ਇਸ ਬੈਂਕ ਦਾ ਮਸ਼ੀਨਰੀ ਨਾਲ ਕੋਈ ਲੇਖਾ ਜੋਖਾ ਨਹੀਂ ਸੀਗਾ ਜੀ। ਤਕਰੀਬਨ 5.5 ਤੋਂ 6 ਕਰੋੜ ਰੁਪਏ ਦੀ ਸਾਡੀ ਮਸ਼ੀਨਰੀ ਜਿਹੜੀ ਆ ਉਹ ਬੈਂਕ ਤੋਂ ਅਸੀਂ ਪੈਸੇ ਲੈ ਕੇ ਲਈ ਸੀ, ਜਿਹਦੇ ਪੈਸੇ ਅਸੀਂ ਬਾਅਦ ਚੋਂ ਵਾਪਸ ਕਰ ਚੁੱਕੇ ਹਾਂ ਜੀ। ਇਸ ਬੈਂਕ ਨੇ ਬਿਨਾਂ ਆਕਸ਼ਨ ਤੋਂ, ਬਿਨਾਂ ਨਿਲਾਮੀ ਤੋਂ ਉਹਨੂੰ ਵੇਚਿਆ। ਉਹ ਮੈਂ ਬਾਅਦ ਚੋਂ ਤੁਹਾਨੂੰ ਇੱਥੇ ਵਿਸਥਾਰ ਨਾਲ ਦੱਸਦਾ ਜੀ। ਸਾਰਾ ਕਬਜ਼ੇ ਵਿੱਚ ਲਿਆ ਹੈਗਾ, ਕਬਜ਼ੇ ਵਿੱਚ ਬਿਨਾਂ ਨੋਟਿਸ ਤੋਂ ਲਿਆ ਜੀ। ਜੇਕਰ ਭੁੱਲਾਪੁਰ ਦੀ ਜ਼ਮੀਨ ਦਾ ਇਹਨਾਂ ਕੋਲ ਆਰਡਰ ਸੀ ਤਾਂ ਲੈ ਲੈਂਦੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀਗਾ। ਸਾਨੂੰ ਕਹਿੰਦੇ ਆਪਣੀ ਮਸ਼ੀਨਾਂ ਚੱਕੋ, ਅਸੀਂ ਕਬਜ਼ਾ ਲੈਣਾ। ਹਰਪ੍ਰੀਤ ਜੀ, ਕਿਹੜਾ ਜ਼ਰੀਆ ਸੀ, ਕਿਹੜਾ ਰਸਤਾ ਸੀ ਜਿੱਥੋਂ ਇਹਨਾਂ ਨੇ ਮਸ਼ੀਨਾਂ ਤੁਹਾਡੀਆਂ ਗਾਇਬ ਕੀਤੀਆਂ ਨੇ? ਕਿਉਂਕਿ ਜਿਹੜੀ ਤੁਸੀਂ 5-6 ਕਰੋੜ ਦੀ ਮਸ਼ੀਨਰੀ ਦੱਸ ਰਹੇ ਹੋ ਤਾਂ ਇਹਦਾ ਭਾਵ ਆ ਵੱਡੀਆਂ ਮਸ਼ੀਨਾਂ ਹੋਣਗੀਆਂ। ਸੋ ਅਜਿਹਾ ਕਿਹੜਾ ਰਸਤਾ ਅਪਣਾਇਆ ਗਿਆ ਚੋਰਾਂ ਵੱਲੋਂ, ਜਾਂ ਜੇ ਤੁਸੀਂ ਬੈਂਕ ਦੀ ਗੱਲ ਕਰਦੇ ਹੋ, ਬੈਂਕ ਦੀ ਅਣਗਹਿਲੀ ਹੋਈ ਆ, ਤਾਂ ਕਿਹੜੇ ਰਸਤੋਂ ਤੁਹਾਡੀ ਮਸ਼ੀਨਾਂ ਜਿਹੜੀਆਂ ਗਾਇਬ ਕੀਤੀਆਂ ਗਈਆਂ ਇੱਥੋਂ? ਰਸਤਾ ਤੁਸੀਂ ਜੀ ਇੱਥੇ ਆ ਦੇਖ ਸਕਦੇ ਹੋ ਜੀ। ਆ ਸ਼ਟਰ ਲੱਗਿਆ ਜੀ। ਇਹ ਜਦੋਂ ਅਸੀਂ ਕਬਜ਼ਾ ਲਿਆ, ਇਹ ਤੁਹਾਡੀ ਫੈਕਟਰੀ ਨੂੰ ਅੰਦਰਲਾ ਮੇਨ ਸ਼ਟਰ ਇਹ ਹੈ ਜੀ। ਕੈਮਰਾਮੈਨ ਨੂੰ ਕਹੂੰਗਾ ਮੇਰਾ ਅੰਦਰ ਦਿਖਾਉਣਗੇ, ਅਸੀਂ ਅੰਦਰ ਦੇਖ ਲਈ ਪਹਿਲਾਂ। ਸੋ ਇਸ ਜਗ੍ਹਾ ਮਸ਼ੀਨਰੀ ਤੁਹਾਡੀ ਲੱਗੀ ਹੋਈ ਸੀ ਜੀ? ਜੀ। ਸੋ ਤੁਸੀਂ ਦੇਖ ਸਕਦੇ ਹੋ ਇਹ ਖੰਡਰ ਬਣ ਚੁੱਕਿਆ ਇਸ ਸਮੇਂ। ਕਿਸ ਸਮੇਂ ਇਹ ਆਬਾਦ ਸੀਗਾ, ਇਹ ਪੂਰੀ ਤਰ੍ਹਾਂ ਇੱਥੇ ਕਾਰੋਬਾਰ ਚੱਲਦਾ ਸੀ, ਕੰਮ ਚੱਲਦਾ ਸੀ। ਇਸ ਜਗ੍ਹਾ ਤੁਹਾਡੀ ਮਸ਼ੀਨਰੀ ਲੱਗੀ ਹੋਈ ਸੀ ਜੀ? ਬਿਲਕੁਲ ਜੀ, ਇਸ ਜਗ੍ਹਾ ਮਸ਼ੀਨਾਂ ਲੱਗੀਆਂ ਸੀਗੀਆਂ, ਬਿਲਕੁਲ ਇੰਸਟਾਲਡ ਪਲਾਂਟ ਸੀਗਾ ਜੀ। ਹੁਣ ਮੈਂ ਤੁਹਾਨੂੰ ਅਗਲੀ ਫੋਟੋ ਜੇਕਰ ਦਿਖਾਵਾਂ, ਇੱਥੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਪੰਪ ਚੋਰੀ ਹੁੰਦੇ ਆ, ਮੋਟਰਾਂ ਚੋਰੀ ਹੁੰਦੀਆਂ, ਫਿਰ ਉਹ ਆਪ ਹੀ ਉਹ ਸਾਰਾ ਸਮਾਨ ਚੱਕਿਆ ਜਾਂਦਾ ਜੀ। ਆ ਬਾਹਰ ਗਾਰਡ ਬੈਠੇ ਆ, ਅੰਦਰ ਸਮਾਨ ਸਾਰਾ ਖਿਲ ਰਿਹਾ ਪਿਆ ਜੀ। ਜੇਕਰ ਅੰਦਰ ਕੋਈ ਹੈ ਹੀ ਨਹੀਂ ਤਾਂ ਸਮਾਨ ਕਿੱਦਾਂ ਖਿਲ ਰਿਹਾ ਜੀ? ਆ ਸਭ ਕੁਝ ਖੁੱਲਿਆ ਪਿਆ ਜੀ, ਕੋਈ ਮੋਟਰ ਨਹੀਂ ਗੀ, ਕੋਈ ਮੋਟਰ ਨਹੀਂ ਜੀ। ਇਹਦੇ 'ਚ ਵੀ ਕੋਈ ਮੋਟਰ ਨਹੀਂ। ਇਹ ਉਦੋਂ ਦੀਆਂ ਤਸਵੀਰਾਂ ਹੈ ਜਦੋਂ ਕੋਰਟ ਵੱਲੋਂ ਨਿਯੁਕਤ ਲੋਕਲ ਕਮਿਸ਼ਨਰ ਆਉਂਦਾ ਹੈਗਾ, ਆ ਕੇ ਰਿਪੋਰਟ ਕਰਦਾ ਹੈ ਕਿ ਜੀ ਇੱਥੇ ਪਲਾਂਟ ਐਂਡ ਮਸ਼ੀਨਰੀ ਜਿਹੜੀ ਸੀ ਉਹ ਚੋਰੀ ਹੋ ਰੱਖੀ ਹੈ। ਇਹਦਾ ਜਿਹੜਾ ਨੁਕਸਾਨ ਹੈ, ਜੇ ਇਹ 5 ਕਰੋੜ ਰੁਪਏ ਦੀ ਜਾਂ 6 ਕਰੋੜ ਦੀ ਮਸ਼ੀਨਰੀ ਕਹਿੰਦੇ ਨੇ ਤਾਂ ਇਹ 18-20 ਲੱਖ ਰੁਪਏ ਦੀ ਰਹਿ ਗਈ। ਪਰ ਕੋਰਟ ਵੱਲੋਂ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਹਰਪ੍ਰੀਤ, ਉਹੀ ਦੁਬਾਰਾ ਆਵਾਂਗੇ ਸਵਾਲ ਤੇ। ਮੇਰਾ ਸਵਾਲ ਇਹ 'ਤੇ ਵੀ ਗੱਲ ਕਰਾਂਗੇ। ਸਵਾਲ ਇਹੀ ਸੀਗਾ ਵੀ ਕਿਹੜਾ ਰਸਤਾ ਅਪਣਾਇਆ, ਚੋਰਾਂ ਵੱਲੋਂ ਅਪਣਾਇਆ ਗਿਆ, ਤੁਹਾਡੀ ਮਸ਼ੀਨਰੀ ਇੱਥੋਂ ਕੱਢੀ ਗਈ? ਕਿਉਂਕਿ ਮੈਨੂੰ ਦੇਖ ਰਿਹਾ ਵਾ ਕਿਸੇ ਪਾਸੇ ਅਜਿਹਾ ਮੈਨੂੰ ਰਸਤਾ, ਇਹ ਸ਼ਟਰ ਉਸ ਸਮੇਂ ਬੰਦ ਸੀ, ਕਿੱਦਾਂ ਸੀਗਾ ਜੀ? ਇਹ ਸ਼ਟਰ ਦੇ ਤਾਲੇ ਟੁੱਟੇ ਹੋਏ ਸੀ ਜੀ, ਇਹ ਤੇ ਕੋਈ ਸੀਲ ਨਹੀਂ ਸੀ। ਸਾਰੀਆਂ ਕੰਧਾਂ ਪਾੜੀਆਂ ਹੋਈਆਂ ਜੀ, ਸਾਰੀਆਂ ਕੰਧਾਂ ਪਾੜੀਆਂ ਹੋਈਆਂ ਜੀ। ਹਾਂਜੀ, ਆ ਤੁਸੀਂ ਦੇਖ ਸਕਦੇ ਹੋ ਇੱਥੇ ਜੀ ਸਾਰੀਆਂ ਕੰਧਾਂ ਇੱਥੋਂ ਦੀ ਪਾੜੀਆਂ, ਜਿਹੜੀਆਂ ਹੁਣ ਕੱਚੀਆਂ ਇੱਟਾਂ ਸੀ ਭਰੀਆਂ ਹੋਈਆਂ ਜੀ।
ਸੋ ਜਿਹੜਾ ਪਿੱਛੇ ਪਿੱਛੇ ਗੇਟ ਨਜ਼ਰ ਆ ਰਿਹਾ ਉੱਥੇ ਵੀ ਕੁਝ ਕੋਈ ਗਾਰਡ ਬੈਠਾ ਸੀਗਾ ਜੀ। ਸਾਰੀਆਂ ਕੰਧਾਂ ਟੁੱਟੀਆਂ ਹੋਈਆਂ ਸੀਗੀਆਂ ਜੀ। ਉਧਰ ਵੀ ਕੋਈ ਗਾਰਡ ਬਿਠਾਇਆ ਗਿਆ ਸੀ ਬੈਂਕ ਵੱਲੋਂ ਉੱਧਰ ਵੀ ਗਾਰਡ ਬਿਠਾਇਆ ਗਿਆ ਸੀਗਾ। ਹੈਰਾਨੀ ਦੀ ਗੱਲ ਇਹ ਹੈ ਕਿ ਵੀ ਗਾਰਡ ਬੈਠੇ ਹੋਣ ਜੀ ਔਰ ਇਸ ਪ੍ਰਾਪਰਟੀ ਦੀ ਸੁਰੱਖਿਆ ਲਈ ਬੈਠੇ ਹੋਣ ਤਾਂ ਫਿਰ ਵੀ ਅੰਦਰੋਂ ਸਮਾਨ ਚੱਕਿਆ ਜਾਵੇ, ਇਹਦਾ ਹੀ ਭਰਪਾਈ ਕੌਣ ਕਰੇਗਾ। ਸੋ ਤੁਸੀਂ ਦੇਖ ਸਕਦੇ ਹੋ ਦੱਸ ਰਹੇ ਨੇ ਹਰਪ੍ਰੀਤ ਜੀ ਵੀ ਉੱਥੇ ਜਿਹੜਾ ਗੇਟ ਹੈ ਗੇਟ ਤੇ ਵੀ ਗਾਰਡ ਬਿਠਾਇਆ ਗਿਆ ਸੀਗਾ। ਸਾਡੀ ਇੱਧਰ ਜਿਹੜੀ ਆ ਵਿੰਡੋ ਹੈਗੀ ਆ ਵਿੰਡੋ ਥੱਲੇ ਇੱਟਾਂ ਤੁਹਾਨੂੰ ਸਾਫ਼ ਨਜ਼ਰ ਆ ਰਹੀਆਂ ਨੇ। ਇੱਟਾਂ ਜਿਹੜੀਆਂ ਪੱਟੀਆਂ ਹੋਈਆਂ ਇਹਨਾਂ ਨੇ ਟੈਂਪਰੇਰੀ ਹੁਣ ਇਹਨੂੰ ਬੰਦ ਕੀਤਾ ਹੋਇਆ ਹੈ। ਸੋ ਜਿਹੜੀ ਮਸ਼ੀਨਰੀ ਹੈ ਇਸ ਰਸਤਿਓਂ ਹੀ ਇਹ ਕਿੱਦਾਂ ਖੋਲ ਕੇ ਫਿਰ ਲੈ ਕੇ ਜਾਂਦੇ ਸੀ, ਮੈਨੂੰ ਤੁਸੀਂ ਦਿਖਾਇਆ ਫੋਟੋਆਂ ਦੇ ਵਿੱਚ ਜੀ। ਹਾਂਜੀ ਸੋ ਖੋਲ ਕੇ ਲੈ ਕੇ ਸੋ ਹਰਪ੍ਰੀਤ ਜੀ ਅੱਗੇ ਗੱਲ ਕੀਤੀ ਹੈ ਵੀ ਜਦੋਂ ਇਹ ਇੱਥੇ ਆਏ ਨੇ ਆਫੀਸਰ ਆਏ ਨੇ ਇਨਕੁਆਇਰੀ ਕਰਨ ਆਏ ਉਦੋਂ ਬਾਅਦ ਫਿਰ ਕਿੱਥੇ ਤੱਕ ਗੱਲ ਪਹੁੰਚੀ ਜੀ ਇਹ? ਪੁਲਿਸ ਇਹ ਕਹਿ ਕੇ ਟਾਲਦੀ ਰਹੀ ਵੀ ਇਹ ਬੈਂਕ ਕੋਲ ਹੈ। ਬੈਂਕ ਇਹ ਕਹਿ ਕੇ ਟਲਦਾ ਰਿਹਾ ਕਿ ਇੱਥੇ ਚੋਰੀ ਵੀ ਨਹੀਂ ਹੋਈ ਜੀ। ਇਹ ਤਾਂ 2013 ਦੀਆਂ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਨੇ। 2011 'ਚ ਇਹਨਾਂ ਨੇ ਕਬਜ਼ਾ ਲਿਆ। ਜੀ 2011 'ਚ ਹੀ ਮੈਂ ਇਹਨਾਂ ਨੂੰ ਜਿੰਨੇ ਪੈਸੇ ਇਹਨਾਂ ਨੇ ਮੰਗੇ ਸੀ ਉਹਦੇ ਵਾਧੂ 19,80,000 ਰੁਪਇਆ 23/9/2011 ਤੱਕ ਜਮ੍ਹਾਂ ਕਰਾਤਾ। ਠੀਕ ਹੈ ਜੀ। ਜਦੋਂ ਮੈਂ ਆਪਣੇ ਪੈਸੇ ਜਮ੍ਹਾਂ ਕਰਾਤੇ ਤਾਂ ਬੈਂਕ ਦਾ ਇਸ ਪ੍ਰਾਪਰਟੀ ਨਾਲ ਕੋਈ ਲੇਖਾ ਜੋਖਾ ਨਹੀਂ ਸੀ, ਬਿਲਕੁਲ ਕਿਉਂਕਿ ਸਰਫੇਸੀ ਐਕਟ ਹੀ ਕਹਿੰਦਾ ਸੈਕਸ਼ਨ 31 ਜੇ ਹੈ ਕਿ ਜੇਕਰ ਪ੍ਰਿੰਸੀਪਲ ਅਮਾਉਂਟ ਤੇ ਇੰਟਰਸਟ 20% ਤੋਂ ਘਟ ਜੇ ਤਾਂ ਸਰਫੇਸੀ ਐਕਟ ਐਪਲੀਕੇਬਲ ਨਹੀਂ ਹੁੰਦਾ। ਜੀ ਮਤਲਬ ਕਿ ਕਬਜ਼ਾ ਨਹੀਂ ਕਰ ਸਕਦਾ ਬੈਂਕ। ਕਬਜ਼ਾ ਨਾ ਦੇਣ ਦਾ ਕਾਰਨ ਸਿਰਫ ਤੇ ਸਿਰਫ ਚੋਰੀ ਸੀ। ਸਾਨੂੰ ਸਿਰਫ ਇਹੀ ਕਹਿ ਕੇ ਥ੍ਰੈਟ ਕੀਤਾ ਜਾ ਰਿਹਾ ਸੀਗਾ ਕਿ ਚੋਰੀ ਭੁੱਲ ਜਾਓ, ਤੁਸੀਂ ਆਪਣੀ ਜ਼ਮੀਨ ਦਾ ਕਬਜ਼ਾ ਲੈ ਲਓ। ਜੀ ਹੁਣ ਚੋਰੀ ਜੇਕਰ ਥੋੜੀ ਹੁੰਦੀ ਜਾਂ ਸਹਿਣਯੋਗ ਹੁੰਦੀ ਮੈਂ ਕਹਾਂ ਜੀ ਜੀ ਬਿਲਕੁਲ ਤਾਂ ਅਸੀਂ ਉਹ ਭੁੱਲ ਜਾਂਦੇ, ਪਰ ਚੋਰੀ ਸਹਿਣਯੋਗ ਨਹੀਂ ਸੀ, ਭੁੱਲਣਯੋਗ ਨਹੀਂ ਸੀਗੀ। ਇਸ ਕਰਕੇ ਅਸੀਂ ਉਹਦਾ ਰਸਤਾ ਲੜਨਾ ਹੀ ਸਹੀ ਸਮਝਿਆ। ਮਤਲਬ ਕਿ ਕਬਜ਼ਾ ਉਸ ਸਮੇਂ ਨਹੀਂ ਲਿਆ ਹੈਗਾ, ਤੁਸੀਂ ਬੈਂਕ ਨਾਲ ਲੜਾਈ ਜਾਰੀ ਰੱਖੀ ਆਪਣੀ। ਬਿਲਕੁਲ ਬਿਲਕੁਲ ਜੀ। ਅੱਗੇ ਕੀ ਫਿਰ ਅੱਗੇ ਕੀ ਹੁੰਦਾ ਜੀ ਇਹਦੇ ਵਿੱਚ ਜੀ? ਫਿਰ ਅੱਗੇ ਇੱਦਾਂ ਜੀ ਵੀ ਏਜੀਐਮ ਸਾਹਿਬ ਸਾਨੂੰ ਵਾਰ-ਵਾਰ ਇਹੀ ਗੱਲ ਲਈ ਇਨਸਿਸਟ ਕਰਦੇ ਰਹੇ ਕਿ ਜੀ ਤੁਸੀਂ ਕਬਜ਼ਾ ਲੈ ਲਓ, ਚੋਰੀ ਭੁੱਲ ਜਾਓ ਜੀ। ਤਾਂ ਨਾ ਜੀ ਇੱਦਾਂ ਹੈਗਾ। 2011 'ਚ ਮੈਂ ਪੈਸੇ ਦਿੰਨਾ, 2011 'ਚ ਹੀ ਕਬਜ਼ਾ ਲੈਂਦਾ ਬੈਂਕ। 2017 'ਚ ਨਿਲਾਮੀ ਪੈਂਦੀ ਹੈ ਇਹਦੀ ਪਹਿਲੀ ਵਾਰ। ਜੀ 6 ਸਾਲ ਬੈਂਕ ਅਧਿਕਾਰੀ ਸੁੱਤੇ ਪਏ ਸੀ। ਕਿਸੇ ਕੋਰਟ ਦਾ ਕੋਈ ਸਟੇ ਤਾਂ ਨਹੀਂ ਸੀ। ਜੀ ਜੇ ਸਟੇ ਸੀਗਾ ਤਾਂ ਦਿਖਾਣ ਕਾਪੀ ਉਹਦੀ। ਕਿਸੇ ਕਿਸਮ ਦਾ ਕੋਈ ਸਟੇ ਨਹੀਂ, ਕੋਈ ਰੋਕ ਨਹੀਂ। ਜੀ 2017 ਤੱਕ ਨਿਲਾਮੀ ਨਾ ਭਰਨ ਦਾ ਕੀ ਕਾਰਨ ਹੈ? ਜੀ ਕਾਰਨ ਇਹੀ ਹੈਗਾ ਕਿ ਵੀ 2011 ਜਦੋਂ ਪੈਸੇ ਹੀ ਲੈ ਲਏ ਤਾਂ ਨਿਲਾਮੀ ਕਿਸ ਬੈਂਕ ਦੀ ਰੂਲਿੰਗ ਵੀ ਹੋ ਸਕਦੀ ਹੈ, ਕੋਈ ਜਿਹੀ ਕੋਈ ਰੂਲਿੰਗ ਹੁੰਦੀ ਹੈ ਬੈਂਕ ਦੀ ਵੀ ਹਾਂ 5-6 ਸਾਲ ਵੇਟ ਕੀਤੀ ਜਾਵੇ ਉਸ ਤੋਂ ਬਾਅਦ ਨਿਲਾਮੀ ਕੀਤੀ ਜਾਵੇ। ਕੋਈ ਬੰਦਾ ਪੈਸੇ ਦੇਣ ਨੂੰ ਬੰਦਾ ਹੋ ਸਕਦਾ ਵੀ ਹਾਂ ਮੈਂ ਦੇ ਸਕਦਾ ਹਾਂ, ਕੋਈ ਜਿਹੀ ਰੂਲਿੰਗ ਬੈਂਕ ਦੀ ਹੋ ਸਕਦੀ ਹੈ? ਬੈਂਕ ਦੀ ਅਜਿਹੀ ਕੋਈ ਰੂਲਿੰਗ ਨਹੀਂ ਕਿ ਵੀ 6 ਸਾਲ ਵੇਟ ਕਰਕੇ ਪ੍ਰਾਪਰਟੀ ਦੀ ਨਿਲਾਮੀ ਪਾਓ। ਸਰਫੇਸੀ ਐਕਟ ਕਿਉਂ ਬਣਿਆ ਸੀ? ਸਰਫੇਸੀ ਐਕਟ ਇਸ ਕਰਕੇ ਬਣਿਆ ਸੀ ਕਿ ਬੈਂਕ ਅਧਿਕਾਰੀਆਂ ਨੂੰ ਅਧਿਕਾਰ ਦਿੱਤਾ ਗਿਆ ਕਿ ਤੁਸੀਂ ਜਿਹੜੇ ਪੈਸੇ ਬਾਜ਼ਾਰ ਚੋਂ ਜਾਂ ਜਿਹੜੇ ਪੈਸੇ ਤੁਹਾਡੇ ਖਰਾਬ ਹੋ ਗਏ, ਐਨਪੀਏ ਹੋ ਗਏ, ਉਹ ਪੈਸੇ ਛੇਤੀ ਰਿਕਵਰ ਕਰਨ ਲਈ ਸਰਫੇਸੀ ਐਕਟ ਬਣਿਆ ਸੀ। ਇੱਥੇ ਛੇਤੀ ਵਾਲੀ ਤਾਂ ਕੋਈ ਗੱਲ ਦਿਖ ਨਹੀਂ ਰਹੀ। 6 ਸਾਲ ਹੋ ਗਏ। 6 ਸਾਲ ਤੁਸੀਂ ਇਹੀ ਉਡੀਕਦੇ ਰਹੇ ਕਿ ਵੀ ਅਸੀਂ ਨਿਲਾਮੀ ਪਾਣੀ ਹੈ। ਤੇ 2017 'ਚ ਜਦੋਂ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਸਟੇਟ ਬੈਂਕ 'ਚ ਮਰਜ ਹੋਣਾ ਸੀ, ਉਸੇ ਟਾਈਮ ਨਿਲਾਮੀ ਕਿਉਂ ਯਾਦ ਆਈ? ਜੀ ਕਿਉਂਕਿ ਇਹ ਗਲਤੀਆਂ ਦਾ ਪੁਤਲਾ ਅੱਗੇ ਸਟੇਟ ਬੈਂਕ 'ਚ ਜਾਣਾ ਸੀ। ਸਟੇਟ ਬੈਂਕ ਨੇ ਇਹਨਾਂ ਦੇ ਕੰਨ ਖਿੱਚਣੇ ਸੀ। ਉਹ ਕੰਨ ਖਿੱਚਣ ਤੋਂ ਡਰਦੇ ਹੋਏ ਇਹਨਾਂ ਨੇ ਇਹ ਨਿਲਾਮੀ ਫਟਾਫਟ ਪਾਤੀ ਜੀ। ਔਰ ਇੰਨੀ ਜ਼ਿਆਦਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਨਿਲਾਮੀ ਪਾਈ ਹੈ ਜੀ। 90 ਲੱਖ ਰੁਪਈਆ ਕਹਿੰਦੇ ਤੁਹਾਡੇ ਤੋਂ ਲੈਣਾ ਹੈ। ਜੀ ਨਹੀਂ, ਨਾਲੇ ਤੁਸੀਂ 40 ਲੱਖ ਤੋਂ ਕੁਝ ਦੱਸਦੇ ਹੋ, ਉੱਤੇ 16 ਲੱਖ ਦੀ ਅਮਾਉਂਟ ਸੀ, 19 ਲੱਖ ਤੁਸੀਂ ਜਮ੍ਹਾਂ ਕਰਾਉਣ, 90 ਲੱਖ ਕਿਵੇਂ ਹੋ ਗਏ ਜੀ ਫਿਰ? ਦੇਖੋ ਜੀ ਬੈਂਕ ਹੈ ਇਹ। ਬੈਂਕ ਨੇ ਦੇਖਣਾ ਇਹ ਕਿ ਵੀ ਪੈਸੇ ਵੱਡੇ ਕਿਵੇਂ ਕਰਨੇ ਆ ਤੇ ਛੋਟੇ ਕਿਵੇਂ ਕਰਨੇ ਆ। ਬਿਲਕੁਲ। ਬੈਂਕ ਨੇ 6 ਸਾਲ ਸਾਡੀ ਪ੍ਰਾਪਰਟੀ ਸਾਂਭੀ ਜੀ। ਉਹ ਪੈਸੇ ਲੈਣ ਤੋਂ ਬਾਵਜੂਦ ਵੀ ਸਾਂਭੀ ਨਾ ਜੀ ਉਹਨਾਂ ਨੇ। ਉਹਨਾਂ ਦਾ ਕਹਿਣਾ ਹੈ ਇਹ, ਜਿਹੜਾ ਕਿ ਬਿਲਕੁਲ ਗਲਤ ਹੈ। 6 ਸਾਲ ਪ੍ਰਾਪਰਟੀ ਸਾਂਭਣ ਲਈ ਕਹਿੰਦੇ 90 ਲੱਖ ਰੁਪਏ ਲੱਗਿਆ ਜੀ। 90 ਲੱਖ ਰੁਪਏ ਸਾਨੂੰ ਦਿਓ ਤੇ ਪ੍ਰਾਪਰਟੀ ਅਸੀਂ ਵੇਚਣ ਲੱਗਿਆ ਭੋਲਾਪੁਰ ਦੀ। ਸਿਰਫ ਮੈਂ ਤੁਹਾਨੂੰ ਫੇਰ ਇੱਥੇ ਧਿਆਨ ਦਿਵਾਉਣਾ ਚਾਹੁੰਦਾ ਵੀ ਸਿਰਫ ਭੋਲਾਪੁਰ ਦੀ ਪ੍ਰਾਪਰਟੀ ਵੇਚ ਕੇ ਪਹਿਲੇ ਦਿਨ ਹੀ ਇਹ 90 ਲੱਖ ਦੇ ਅਗੇਂਸਟ 1 ਕਰੋੜ 13 ਲੱਖ ਰੁਪਏ ਲੈ ਲੈਂਦੇ ਆ ਜੀ। ਜਿਹੜੀ ਕਿ ਕਾਰਵਾਈ 1 ਮਹੀਨੇ 'ਚ ਪੂਰੀ ਹੋਣੀ
ਹੁੰਦੀ ਹੈ ਸਰਫੇਸੀ ਦੀ ਸੇਲ ਸਰਟੀਫਿਕੇਟ ਜਾਰੀ ਹੋਣਾ ਹੁੰਦਾ, ਉਹ 3 ਮਹੀਨਿਆਂ ਬਾਅਦ ਜਾਰੀ ਹੁੰਦਾ ਜੀ। 28/3/2017 ਨੂੰ 1 ਕਰੋੜ 75 ਲੱਖ ਰੁਪਏ ਦੀ ਸਾਡੇ ਨਾਂ ਦੀ FD ਬਣ ਜਾਂਦੀ ਹੈ। ਇਹਨਾਂ ਦੇ ਪੈਸੇ ਰਿਕਵਰ ਕਰਨ ਤੋਂ ਬਾਅਦ 90 ਲੱਖ ਰੁਪਇਆ ਨਜਾਇਜ਼ ਜਾਇਜ਼ ਇੱਥੇ ਵੀ 2 ਮਿੰਟ ਲਈ ਮੰਨ ਲੈਂਦੇ ਲੈਣਾ ਸੀ, ਜਿੱਤੇ ਕਿ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ, ਕਿਉਂਕਿ ਮੈਂ ਪੈਸੇ ਸਾਰੇ ਦਿੱਤੇ ਸੀ। ਜੇ ਉਹ ਕਬਜ਼ਾ ਹੀ ਨਹੀਂ ਦੇਣਗੇ 10 ਸਾਲ ਸਾਂਭੀ ਰੱਖਣ ਪ੍ਰਾਪਰਟੀ, ਚੋਰੀ ਕਰਾਈ ਜਾਣ, ਹਾਲੇ ਵੀ ਸਮਾਨ ਪਿਆ ਹੀ ਸੀਗਾ, ਉਹ ਵੀ ਚੁਕਾ ਲੈਂਦੇ ਜੀ। ਮੇਰੇ ਨਾਂ ਦੀ FD ਬਣ ਜਾਂਦੀ ਹੈ ਜੀ, ਨਿਲਾਮੀ ਪੈਂਦੀ ਆ ਬਿਲਡਿੰਗ ਤੇ ਲੈਂਡ ਦੀ, ਉਹ ਵੇਚ ਕੇ ਪੈਸੇ ਪੂਰੇ ਹੋ ਜਾਂਦੇ ਆ। ਪੈਸੇ ਪੂਰੇ ਹੋਣ ਦੇ ਬਾਵਜੂਦ ਜਿਹੜੀ ਮੇਰੀ ਰਹਿੰਦ ਖੂੰਦ ਮਸ਼ੀਨਰੀ, ਜਿਹੜੀ ਕਿ ਅਸੀਂ ਇਲਜ਼ਾਮ ਲਾ ਰਹੇ ਹਾਂ, ਸ਼ੁਰੂ ਤੋਂ ਹੀ ਇਲਜ਼ਾਮ ਲਾ ਰਹੇ ਹਾਂ ਕਿ ਚੋਰੀ ਹੋ ਰਹੀ ਹੈ, ਲੋਕਲ ਕਮਿਸ਼ਨਰ ਦੀਆਂ ਰਿਪੋਰਟਾਂ ਨੇ, ਫੋਟੋਗ੍ਰਾਫੀ ਆ, ਵੀਡੀਓਗ੍ਰਾਫੀ ਆ, ਇਨਵੈਂਟਰੀ ਆ, ਸਭ ਕੁਝ ਹੈ, ਫਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹ ਬਿਨਾਂ ਨਿਲਾਮੀ ਤੋਂ ਸਾਰਾ ਕੁਝ ਵੇਚ ਦਿੱਤਾ ਜਾਂਦਾ। ਮਤਲਬ ਕਿ ਨਿਲਾਮੀ ਦੇ ਵਿੱਚ ਉਹ ਚੀਜ਼ਾਂ ਨਹੀਂ ਰੱਖੀਆਂ ਜਾਂਦੀਆਂ, ਨਿਲਾਮੀ ਦੇ ਵਿੱਚ ਸਿਰਫ ਜ਼ਮੀਨ ਤੇ ਬਿਲਡਿੰਗ ਵੇਚਿਆ ਗਿਆ, ਸਾਰਾ ਕੁਝ। ਜਿਹੜਾ ਨੁਕਸਾਨ ਤੁਹਾਡਾ ਆ ਉਹਦੇ ਬਾਰੇ ਬੈਂਕ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਹੈਗਾ। ਉਹਦੇ ਬਾਰੇ ਕਹਿੰਦੇ ਜੀ ਕੋਰਟਾਂ 'ਚ ਜਾਓ ਤੁਸੀਂ ਜੀ। ਮੈਂ ਇੱਥੇ ਹੁਣ ਦੇਖੋ ਮਾਨਯੋਗ ਸਾਡੀਆਂ DRT ਦੀਆਂ ਅਦਾਲਤਾਂ ਹੈਗੀਆਂ, ਅਸੀਂ ਉੱਥੇ ਵੀ ਜਦੋਂ ਉਹਨਾਂ ਨੇ ਇੱਕ ਲੋਕਲ ਕਮਿਸ਼ਨਰ ਅਪਾਇੰਟ ਕੀਤਾ, ਉਹਨਾਂ ਨੇ ਚੋਰੀ ਕਹਿਤਾ ਹੋ ਰੱਖੀ ਹੈ ਜੀ। ਹੁਣ ਚੋਰੀ ਹੋ ਰੱਖੀ ਹੈ ਤਾਂ ਫਿਰ ਉਹਦਾ ਕੋਈ ਨਾ ਕੋਈ ਤਾਂ ਲਾਇਬਲ ਹੋਊਗਾ ਨਾ ਉਹ ਬੰਦਾ, ਜਾਂ ਤਾਂ ਬੈਂਕ ਹੋਊਗਾ ਜਾਂ ਸਿਕਿਉਰਿਟੀ ਏਜੰਸੀ ਹੋਊਗੀ। ਜੇ ਉਹ ਲਾਇਬਲ ਨੇ ਤਾਂ ਉਹਦੀ ਭਰਪਾਈ ਕੌਣ ਦਊਗਾ? ਮੇਰਾ ਤਾਂ ਨੁਕਸਾਨ ਹੈ ਨਾ, ਜੇਕਰ ਨੁਕਸਾਨ ਹੋਇਆ ਤਾਂ ਉਹ ਤਾਂ ਕੋਈ ਨਾ ਕੋਈ ਤਾਂ ਭਰਪਾਈ ਕਰੂਗਾ ਜੀ। ਨੰਬਰ ਆਫ ਡਾਕੂਮੈਂਟਸ ਨੇ ਸਾਡੇ ਕੋਲ ਚੋਰੀ ਹੋਣ ਬਾਬਤ। ਬਿਨਾਂ ਨਿਲਾਮੀ ਤੋਂ ਸਮਾਨ ਵੇਚਿਆ ਜਾਂਦਾ ਤੇ ਖਰੀਦਿਆ ਵੀ ਜਾਂਦਾ, ਔਰ ਬਿਨਾਂ ਨਿਲਾਮੀ ਤੋਂ ਖਰੀਦੇ ਹੋਏ ਜਿਹੜੇ ਬੰਦੇ ਖਰੀਦਦਾਰ ਨੇ ਉਹ ਸਮਾਨ ਚੱਕ ਕੇ ਅੰਦਰੋਂ ਵੇਚ ਦਿੰਦੇ ਆ ਤੇ ਬੈਂਕ ਕੋਲ ਜਾ ਕੇ ਕਹਿ ਦਿੰਦੇ ਅਸੀਂ ਵੇਚੀ ਆ ਜੀ। ਜਿਹੜਾ ਖਰੀਦਣ ਤੇ ਵੇਚਣ ਦੀ ਗੱਲ ਕਰਦੇ ਹੋ, ਇਹ ਕੋਈ ਡਾਕੂਮੈਂਟ ਵੀ ਤੁਹਾਡੇ ਕੋਲ ਹੈਗਾ ਖਰੀਦਣ ਵਿੱਚ, ਜਾਂ ਮੂੰਹ ਜ਼ਬਾਨੀ ਇਹਨਾਂ ਨੇ ਵੇਚਤਾ ਵੀ ਆ, ਸਿੱਧਾ ਬਾਰੋ ਬਾਰ ਕਹਿ ਲਈਏ ਪੰਜਾਬੀ 'ਚ ਬਾਰੋ ਬਾਰ ਵੇਚਤਾ ਜੀ ਇਹਨਾਂ ਨੇ? ਡਾਕੂਮੈਂਟ ਹੈ ਜੀ, ਡਾਕੂਮੈਂਟ ਬਕਾਇਦਾ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਆ। ਜੇ ਕੋਈ ਬੈਂਕ ਨੇ ਮੇਰਾ ਸਮਾਨ ਵੇਚਣਾ ਹੈ, ਮੰਨ ਲਓ ਮੇਰੀ ਸੂਈ ਬੈਂਕ ਕੋਲ ਹੈ, ਉਹ ਸੂਈ ਕਿਹੜੀ ਹੈ, ਕਿਹੜੇ ਸਟੀਲ ਦੀ ਬਣੀ ਹੈ, ਕਿੰਨੀ ਤਿੱਖੀ ਹੈਗੀ ਆ, ਕਿੰਨਾ ਪੈਸਾ ਲੈਣਾ ਉਸ ਸੂਈ ਦੇ ਖਿਲਾਫ, ਮੈਂ ਕੱਲੀ ਸੂਈ ਦੀ ਗੱਲ ਕਰਦਾ। ਇਹ ਮੇਰੀ ਮਸ਼ੀਨਰੀ ਹੈ ਜਿਹੜੀ ਕਰੋੜਾਂ ਦੀ ਸੀ, ਉਹ ਬਿਨਾਂ ਨਿਲਾਮੀ ਤੋਂ ਕਿੱਦਾਂ ਵੇਚੀ? ਤੁਸੀਂ ਇੱਕ ਹਿਸਾਬ ਲਾਓ, ਜੇ ਬੈਂਕ ਨਾਲ ਤੁਸੀਂ ਕਹਿ ਰਹੇ ਹੋ ਚੋਰੀ ਹੋਈ ਆ, ਨਾਲੇ ਵੇਚਣ ਦੀ ਗੱਲ ਕਰਦੇ ਹੋ, ਚੋਰੀ ਵੀ ਹੋਈ ਆ, ਵੇਚੀ ਵੀ ਗਈ ਆ, ਤੁਹਾਡਾ ਕਹਿੰਦਾ ਭਾਵ? ਦੇਖੋ ਜੀ, ਮਸ਼ੀਨ ਇੱਕ ਪਾਰਟ ਨਾਲ ਤਾਂ ਬਣਦੀ ਨਹੀਂ, ਮਸ਼ੀਨ ਤਾਂ ਨੰਬਰ ਆਫ ਪਾਰਟਸ ਆਰ ਦੇਅਰ। ਆਪਾਂ ਕਹੀਏ ਕਿ ਵੀ ਇੱਕ ਮਸ਼ੀਨ ਬਣਾਉਣੀ ਹੈਗੀ ਆ, ਮਸ਼ੀਨ ਦੇ ਵਿੱਚ 100 ਤਰ੍ਹਾਂ ਦੇ ਪੁਰਜੇ ਆ, ਪੁਰਜੇ ਗਾਇਬ ਹੋਏ, ਕਬਾੜ ਰਹਿ ਗਿਆ, ਜਿਹੜਾ ਕਿ ਲੋਕਲ ਕਮਿਸ਼ਨਰ ਨੇ ਦੱਸਿਆ, ਚਾਰਟਰਡ ਇੰਜੀਨੀਅਰ AK ਸੂਰੀ ਸਾਹਿਬ ਆਏ ਸੀ, ਉਹਨਾਂ ਨੇ ਦੱਸਿਆ ਕਿ ਵੀ ਇਹ ਹੁਣ ਕਬਾੜ ਰਹਿ ਗਿਆ ਜੀ, ਅੰਦਰੋਂ ਸਮਾਨ ਸਾਰਾ ਚੱਕਿਆ ਗਿਆ। ਜਿਹੜੀ ਰਹਿੰਦ ਖੂੰਦ ਸੀਗੀ, ਜਿਹੜੀ ਕਿ ਬੈਂਕ ਦੇ ਨਾਲ ਕੋਈ ਉਹਦਾ ਲੇਖਾ ਜੋਖਾ ਨਹੀਂ ਸੀ, ਉਹ ਚੱਕ ਕੇ ਵੇਚ ਦਿੱਤਾ ਜਾਂਦਾ ਜੀ, ਉਹ ਬਿਨਾਂ ਨਿਲਾਮੀ ਤੋਂ ਵੇਚ ਦਿੱਤਾ ਜਾਂਦਾ ਜੀ। ਸੋ ਇਹਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਦੀ ਅਹਿਮ ਭੂਮਿਕਾ ਰਹਿੰਦੀ ਹੈ। ਚਲੋ ਉਹ ਬੈਂਕ ਨੇ ਤਾਂ ਕਹਿਤਾ ਕੋਰਟ 'ਚ ਚੱਲ ਜਾਓ, ਤੁਸੀਂ ਪੁਲਿਸ ਕੋਲ ਨਹੀਂ ਗਏ ਇਸ ਬਾਬਤ? ਫਿਰ ਪੁਲਿਸ ਕੋਲ ਦਰਜਨਾਂ ਹੀ ਦਰਖਾਸਤਾਂ ਜੀ, ਜਿਹਦੇ ਵਿੱਚੋਂ 219 ਨੰਬਰ ਮੁਕੱਦਮਾ ਥਾਣਾ ਜਮਾਲਪੁਰ, ਜਿਹੜੇ ਧਾਰਾ 454, 457, 380 IPC ਇਹ ਦਰਜ ਕੀਤਾ ਗਿਆ। ਕਿਹਦੇ ਖਿਲਾਫ ਤੁਸੀਂ ਕੰਪਲੇਂਟ ਕਿਹਦੇ ਖਿਲਾਫ ਕੀਤੀ ਸੀ ਤੇ ਮੁਕੱਦਮਾ ਕਿਹਦੇ ਖਿਲਾਫ ਦਰਜ ਹੋਇਆ ਜੀ? ਅਸੀਂ ਕੰਪਲੇਂਟ ਕੀਤੀ ਸੀਗੀ ਜੀ ਬੈਂਕ ਅਧਿਕਾਰੀਆਂ ਦੇ ਖਿਲਾਫ, ਸਿਕਿਉਰਿਟੀ ਏਜੰਸੀ ਦੇ ਖਿਲਾਫ, ਉਹ ਖਰੀਦਦਾਰਾਂ ਦੇ ਖਿਲਾਫ ਜਿਨ੍ਹਾਂ ਨੇ ਅੰਦਰੋਂ ਸਮਾਨ ਚੱਕਿਆ, ਤੇ ਪੁਲਿਸ ਦੀ ਮਿਸਲ ਤੇ ਉਹਨਾਂ ਨੇ ਆ ਕੇ ਇਹ ਤਸਦੀਕ ਕੀਤਾ ਕਿ ਹਾਂਜੀ ਆਹ ਸਮਾਨ ਅਸੀਂ ਚੱਕ ਕੇ ਵੇਚਤਾ। ਅੱਛਾ, ਵਿੱਚ ਇਹ ਪ੍ਰੂਫ ਹੈਗਾ ਤੁਹਾਡੇ ਕੋਲ ਇਹ ਚੀਜ਼ ਦਾ? ਦੇਖੋ ਜੀ, ਪੁਲਿਸ ਦੀ ਫਾਈਲ ਹੈਗੀ ਆ, ਤੁਸੀਂ ਪੁਲਿਸ ਤੋਂ ਇਹ ਗੱਲ ਤਸਦੀਕ ਕਰ ਸਕਦੇ ਹੋ ਜੀ। ਮੇਰਾ ਸਮਾਨ ਬਿਨਾਂ ਨਿਲਾਮੀ ਤੋਂ ਵੇਚਿਆ ਜਾਂਦਾ, ਬਿਨਾਂ ਤੋਂ ਹੀ ਖਰੀਦਿਆ ਜਾਂਦਾ। ਬੰਦੇ ਪੁਲਿਸ ਕੋਲ ਇਹ ਚੀਜ਼ ਮੰਨ ਰਿਹਾ ਵੀ ਹਾਂ ਅਸੀਂ ਇਹ ਸਮਾਨ ਖਰੀਦਿਆ, ਤਾਂ ਉਹ ਇਹ ਚੀਜ਼ ਵੀ ਦੱਸਣਗੇ ਵੀ ਕਿਤੋਂ ਖਰੀਦਿਆ ਉਹਨੇ, ਇਹ ਚੀਜ਼ ਦਾ ਕੀਤਾ ਕਲੀਅਰ ਕੀਤਾ ਜੀ ਉਹਨਾਂ ਨੇ? ਦੇਖੋ ਜੀ, ਉਹ ਸਿੰਪਲ ਇਹ ਕਹਿ ਦੇਣਾ ਕਿ ਬੈਂਕ ਵੇਚ ਰਿਹਾ ਸੀ, ਅਸੀਂ ਖਰੀਦ ਲਿਆ। ਦੇਖੋ, ਬੈਂਕ ਨੇ ਜੇਕਰ ਵੇਚਣਾ ਹੈਗਾ
ਤਾਂ ਬੈਂਕ ਨੇ ਪ੍ਰੋਸੀਜਰ ਅਡਾਪਟ ਕਰਨਾ ਹੈ। ਪ੍ਰੋਸੀਜਰ ਅਡਾਪਟ ਜਿਹੜਾ ਕੀਤਾ ਹੈ ਉਹੀ ਚੀਜ਼ ਉਹ ਵੇਚ ਸਕਦੇ ਆ। ਬਿਲਕੁਲ 13/2 ਜਿਹੜਾ ਹੁੰਦਾ ਉਹ ਮਦਰ ਹੁੰਦਾ ਸਰਫੇਸੀ ਦੀ, ਉੱਥੋਂ ਸਰਫੇਸੀ ਐਕਟ ਜਨਮ ਲੈਂਦਾ। ਜੀ ਮੇਰੇ ਤੋਂ 16,87,070 ਰੁਪਏ ਦੀ ਡਿਮਾਂਡ ਕੀਤੀ ਗਈ। ਸਿਰਫ ਭੋਲਾਪੁਰ ਦੇ ਵੇਚਣ ਬਾਬਤ ਨੋਟਿਸ ਸੀਗਾ। ਜੇ ਭੋਲਾਪੁਰ ਦੇ ਬਾਬਤ ਨੋਟਿਸ ਸੀਗਾ ਤਾਂ ਉਹੀ ਚੀਜ਼ ਉਹ ਵੇਚ ਸਕਦੇ ਸੀ ਜੋ ਨੋਟਿਸ ਦੇ ਵਿੱਚ ਹੈ, ਜਾਂ ਜਿਹਨੂੰ ਡੀਐਮ ਸਾਹਿਬ ਨੇ ਤਸਦੀਕ ਕੀਤਾ ਆਰਡਰ ਰਾਹੀਂ ਕਿ ਵੀ ਤੁਸੀਂ ਜਾ ਕੇ ਇਸ ਚੀਜ਼ ਦਾ ਕਬਜ਼ਾ ਲੈ ਲਓ। ਜੀ ਹੋ ਕੀ ਰਿਹਾ? ਹੋ ਇਹ ਰਿਹਾ ਕਿ ਵੀ ਬੈਂਕ ਦੀ ਜੋ ਮਰਜ਼ੀ ਹੈ ਉਹ ਕਰ ਸਕਦਾ ਉਹ, ਕਿਉਂਕਿ ਉਹ ਬੈਂਕ ਹੈ। ਪਰਚਾ ਕਿਹਦੇ ਖਿਲਾਫ ਦਰਜ ਹੋਇਆ ਜੀ? ਫਿਰ ਤੁਸੀਂ ਤਾਂ ਬੈਂਕ ਤੇ ਸਿਕਿਉਰਿਟੀ ਏਜੰਸੀ ਖਿਲਾਫ ਕਰਵਾਈ ਸੀ, ਐਪਲੀਕੇਸ਼ਨ ਦਿੱਤੀ ਸੀ, ਮੁਕੱਦਮਾ ਕਿਹਦੇ ਖਿਲਾਫ ਦਰਜ ਹੋਇਆ? ਮੁਕੱਦਮਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਵੀ ਸਿਰਫ ਖਾਨਾ ਪੂਰਤੀ ਕਰਨ ਲਈ। ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇਹਦੇ ਬਾਰੇ ਚਾਨਣ ਪਾਵਾਂ ਤਾਂ ਮੈਨੂੰ ਇੱਕ ਅਧਿਕਾਰੀ ਨੇ, ਆਈਪੀਐਸ ਅਧਿਕਾਰੀ ਸੁਰਿੰਦਰ ਲਾਂਬਾ ਜੀ, ਮੈਂ ਉਹਨਾਂ ਕੋਲ ਜਦੋਂ ਇਨਸਾਫ ਦੀ ਗੁਹਾਰ ਲੈ ਕੇ ਗਿਆ, ਮੈਂ ਕਿਹਾ ਜੀ ਮੇਰਾ ਮੁਕੱਦਮਾ, ਮੇਰੇ ਤਫਤੀਸ਼, ਤਾਂ ਕਹਿੰਦੇ ਜੀ ਅਸੀਂ ਕੋਈ ਕਾਰਵਾਈ ਨਹੀਂ ਕਰਨੀ, ਤੁਸੀਂ ਕਿਸੇ ਕੋਰਟ ਦਾ ਆਰਡਰ ਲੈ ਕੇ ਆਓ। ਜੀ ਮੈਂ ਮਾਨਯੋਗ ਹਾਈ ਕੋਰਟ ਜਿਹੜੀ ਸਾਡੀ ਚੰਡੀਗੜ੍ਹ ਹੈ ਜੀ, ਮੈਂ ਉੱਥੇ ਗਿਆ, ਪਟੀਸ਼ਨ ਪਾਈ ਤਾਂ ਉਹਨਾਂ ਨੇ ਜੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੂੰ ਇਹ ਕਿਹਾ ਕਿ 60 ਦਿਨ ਦੇ ਵਿੱਚ ਪਟੀਸ਼ਨਰ ਦੀ ਜੋ ਵੀ ਗ੍ਰੀਵੈਂਸਸ ਹੈ ਉਹਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਕੀਤੀ ਜਾਵੇ। ਸਿਰਫ ਉਸ ਆਰਡਰ ਦੇ ਸਬੰਧ ਵਿੱਚ ਇਹ ਜਿਹੜੇ ਅਣਪਛਾਤਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ, ਸਿਰਫ ਕੋਰਟ ਦੇ ਲਈ ਵੀ ਇੱਕ ਜਵਾਬ ਹੋ ਜੇ। ਅਣਪਛਾਤੇ ਦੇ ਕਰਤਾ ਬੈਂਕ ਜਾਂ ਸਿਕਿਉਰਿਟੀ ਏਜੰਸੀ ਦਾ ਕੋਈ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਕੀਤੀ ਗਈ? ਨਹੀਂ ਜੀ, ਕੋਈ ਇਨਵੋਲਵਮੈਂਟ ਨਹੀਂ। ਕਦੋਂ ਪਰਚਾ ਦਰਜ ਹੋਇਆ ਜੀ ਇਹ? ਪਰਚਾ 16/10/2018 ਨੂੰ। 18 ਨੂੰ 21 ਹੋ ਚੁੱਕੀ ਆ, ਹੁਣ 2.5 ਸਾਲ ਲੰਘ ਗਏ ਆ ਜੀ। ਤੇ ਕੀ ਅੱਗੇ ਕਾਰਵਾਈ ਹੋ ਰਹੀ ਆ? ਹੁਣ ਕਿੱਥੇ ਤੱਕ ਪਹੁੰਚਿਆ ਮੁਕਾਮ ਤੇ ਇਹ ਕਾਰਵਾਈ? ਦੇਖੋ ਫਾਈਲ ਚੱਕਣਗੇ, ਪੜਨਗੇ ਤਾਂ ਹੀ ਕੋਈ ਕਾਰਵਾਈ ਕਰਨਗੇ। ਜੇ ਤੁਸੀਂ ਵਕੀਲ ਹੈਗੇ ਹੋ, ਜੇ ਤੁਹਾਡੇ ਵਰਗੇ ਵਕੀਲਾਂ ਨਾਲ ਅਜਿਹਾ ਕੁਝ ਹੋ ਰਿਹਾ ਵਾ, ਐਡਾ ਵੱਡਾ ਧੱਕਾ ਹੋ ਰਿਹਾ ਵਾ, ਤੁਹਾਨੂੰ ਕੋਰਟ ਦੇ ਧੱਕੇ ਖਾਣੇ ਪੈ ਰਹੇ, ਐਡਾ ਵੱਡਾ ਤੁਹਾਡਾ ਜਿਹੜਾ ਬਿਜ਼ਨਸ ਆ ਤਬਾਹ ਕਰਤਾ ਬੈਂਕ ਨੇ, ਤਾਂ ਆਮ ਪਬਲਿਕ ਦੇ ਇੱਥੇ ਕੀ ਹਾਲਾਤ ਹੋਣਗੇ ਜੀ? ਇੱਥੇ ਆਮ ਪਬਲਿਕ ਦੇ ਤੁਸੀਂ ਸਾਰਾ ਦਿਨ ਦੇਖਦੇ ਹੀ ਹੋ ਜੀ। ਮੈਂ ਇੱਕ ਵਕੀਲ ਹੋਣ ਦੇ ਨਾਤੇ ਕਹਿ ਰਿਹਾ, ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਪੁਲਿਸ ਜਿਹੜੀ ਹੈਗੀ ਆ ਉਹ ਬਿਲਕੁਲ ਨਾਕਾਮ ਹੋ ਚੁੱਕੀ ਹੈ। ਕੋਈ ਉਹਨਾਂ ਕੋਲ ਜਿਹੜਾ ਮੈਂ ਕਹਿ ਲਾਂ ਕਿ ਵੀ ਐਸਾ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਇਹਨੂੰ ਬਹੁਤ, ਅਸੀਂ ਇਨਸਾਫ ਦੀ, ਅਸੀਂ ਇੱਥੇ ਇਹ ਸਮਝਦੇ ਹਾਂ ਕਿ ਵੀ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ, ਉਹ ਬਿਲਕੁਲ ਖਤਮ ਹੋ ਚੁੱਕੀ ਹੈ ਜੀ। 18 'ਚ ਮੁਕੱਦਮਾ ਦਰਜ ਹੁੰਦਾ ਵਾ ਤੇ ਕੀ ਹੁਣ ਲਾਸਟ ਤੇ ਗੱਲ ਕੀਤੀ ਜਾਵੇ, ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੀ ਕੇਸ ਦੀ ਸਿਚੁਏਸ਼ਨ ਹੈਗੀ ਆ, ਕਿਹੜੇ ਅਫਸਰ ਨੂੰ ਡੀਲ ਕਰਦੇ ਪਏ ਆ ਤੇ ਤੁਹਾਡੀ ਕੀ ਗੱਲਬਾਤ ਉਹਨਾਂ ਨਾਲ ਹੋਈ ਹੈ? ਇਸ ਤਰ੍ਹਾਂ ਜੀ 2019 ਦੇ ਵਿੱਚ, ਉਹਦੇ ਐਂਡ ਦੇ ਵਿੱਚ, ਦਸੰਬਰ ਦੇ ਵਿੱਚ, ਜਿਹੜੇ ਆਈਓ ਸਾਹਿਬ ਇਸ ਮੁਕੱਦਮੇ ਦੀ ਤਫਤੀਸ਼ ਕਰ ਰਹੇ ਸੀ, ਉਹਨਾਂ ਨੇ ਦੇਖਿਆ ਕਿ ਵੀ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ, ਕਿ ਬੈਂਕ ਅਧਿਕਾਰੀ ਫਸਦੇ ਨੇ, ਸਿਕਿਉਰਿਟੀ ਏਜੰਸੀ ਫਸਦੀ ਹੈ। ਉਹਨਾਂ ਨੇ ਇਸ ਮੁਕੱਦਮੇ ਦਾ ਅਖਰਾਜ ਭਰਤਾ ਸੀ ਜੀ ਕਿ ਵੀ ਜੀ ਇਹਦੇ ਤੇ ਕੁਝ ਨਹੀਂ ਲੱਭਣਾ, ਇਹਨੂੰ ਬੰਦ ਕਰੋ ਜੀ। ਇਸ ਦੇ ਸੰਬੰਧ ਵਿੱਚ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਜਾ ਕੇ ਮਿਲਿਆ ਸੀ, ਇਹੀ ਆਪਣੇ ਰਕੇਸ਼ ਅਗਰਵਾਲ ਜੀ, ਆਈਪੀਐਸ। ਇਹਨਾਂ ਨੂੰ ਜਾ ਕੇ ਸਾਰਾ ਹਾਲਾਤ ਬਿਆਨ ਕੀਤੇ, ਆਪਣੇ ਦੱਸਿਆ ਇਹਨਾਂ ਨੂੰ ਕਿ ਵੀ ਆਹ ਧੱਕਾ ਹੋ ਰੱਖਿਆ, ਤਾਂ ਇਹਨਾਂ ਨੇ ਇਹਦੇ ਵਿੱਚ SIT ਦਾ ਗਠਨ ਕੀਤਾ ਸੀ ਜੀ। ਇਹ ਗੱਲ ਮੈਂ 23/1/2020 ਦੀ ਕਰ ਰਿਹਾ, ਤੇ ਇਹ ਕਿਹਾ ਸੀ 60 ਦਿਨ ਦੇ ਵਿੱਚ ਤੁਹਾਡੀ ਜਿਹੜੀ ਆ ਤੁਹਾਨੂੰ ਰਿਪੋਰਟ ਤਿਆਰ ਕਰਕੇ ਦੇਣਗੇ SIT ਦੇ ਜਿਹੜੇ ਚੇਅਰਮੈਨ ਨੇ। ਤੇ ਅੱਜ 28/2/2021 ਹੈ, ਅੱਜ ਤੱਕ ਵੀ ਉਹਦੀ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ। ਪੁਲਿਸ ਇਨਵੈਸਟੀਗੇਸ਼ਨ ਹੀ ਕਰਦੀ ਜਾ ਰਹੀ ਹੈ, ਇਨਵੈਸਟੀਗੇਸ਼ਨ ਹੀ ਕਰਦੀ ਜਾ ਰਹੀ ਹੈ, ਪਰ ਕੰਮ ਕੋਈ ਨਹੀਂ ਕਰ ਰਹੀ। SIT ਦੇ ਕੌਣ ਅਫਸਰ, ਕੌਣ ਨੇ ਚੇਅਰਮੈਨ, ਕੌਣ ਜਿਹੜੇ ਸਾਰੇ ਕੇਸ ਨੂੰ ਡੀਲ ਕਰ ਰਹੇ ਆ? ਪ੍ਰੈਜ਼ੈਂਟਲੀ ਜਿਹੜੇ ਉਹਦੇ ਅਫਸਰ ਹੈਗੇ ਆ ਉਹ JCP ਰੂਰਲ ਡਾਕਟਰ ਸਚਿਨ ਗੁਪਤਾ ਜੀ ਹੈ, ਉਹ ਵੀ IPS ਨੇ। ਪਰ ਮੈਨੂੰ ਲੱਗਦਾ ਸਮਾਂ ਉਹਨਾਂ ਕੋਲ ਨਹੀਂ ਹੈਗਾ ਕਿ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ, ਕਿਉਂਕਿ ਦੇਖੋ ਜੀ ਉਹਨਾਂ ਦੇ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ, ਕਿਸੇ ਵੀ ਅਧਿਕਾਰੀ ਦੇ ਘਰ ਦਾ ਨੁਕਸਾਨ ਨਹੀਂ ਹੋਇਆ, ਨੁਕਸਾਨ ਹੋਇਆ ਇੱਕ ਆਮ ਇਨਸਾਨ ਦਾ, ਇੱਕ ਵਕੀਲ ਦਾ। ਵੈਸੇ ਮਿਲੇ ਕਦੋਂ ਤੁਸੀਂ ਲਾਸਟ ਸਚਿਨ ਗੁਪਤਾ ਜੀ ਨੂੰ? ਜੇ ਤੁਸੀਂ ਕਹਿ ਰਹੇ ਹੋ ਇਨਵੈਸਟੀਗੇਸ਼ਨ ਕਰ ਰਹੇ, ਲਾਸਟ ਕਦੋਂ ਮਿਲੇ ਹੁਣ? ਮੈਂ ਹੁਣੇ 3 ਦਿਨ ਪਹਿਲਾਂ ਵੀ ਉਹਨਾਂ ਦੇ ਦਫ਼ਤਰ ਜਾ ਕੇ ਆਇਆ। ਰਿਪਲਾਈ ਜੀ ਉਹਨਾਂ ਦਾ? ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ।
ਅੱਛਾ ਹਾਲੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੇਖੋ ਸਰ, ਮੈਂ ਡਾਕੂਮੈਂਟ ਪ੍ਰੋਵਾਈਡ ਕੀਤੇ ਕਿ ਵੀ ਆ ਨਿਲਾਮੀ ਹੈ ਜੀ, ਆ ਸੇਲ ਸਰਟੀਫਿਕੇਟ ਮਸ਼ੀਨਾਂ ਦਾ ਕਿੱਥੋਂ ਆ ਗਿਆ। ਕੀ ਇੱਕ ਆਈਪੀਐਸ ਅਧਿਕਾਰੀ ਨੂੰ ਨਹੀਂ ਪਤਾ ਲੱਗ ਰਿਹਾ? ਜੀ ਜੇ ਨਹੀਂ ਪਤਾ ਲੱਗ ਰਿਹਾ, ਕਿਸੇ ਤੋਂ ਸਲਾਹ ਲੈ ਲੈਣ, ਜੀ ਕਿਸੇ ਬੈਂਕ ਦੇ ਉੱਚ ਅਧਿਕਾਰੀ ਤੋਂ ਬਿਨਾਂ ਇੰਡੀਪੈਂਡੈਂਟ ਵਿਊ ਲੈਣ ਕਿ ਕੋਈ ਬੈਂਕ ਕੋਈ ਵੀ ਸਮਾਨ ਬਿਨਾਂ ਨਿਲਾਮੀ ਤੋਂ ਵੇਚ ਸਕਦਾ। ਇੱਕ ਅਨਪੜ੍ਹ ਇਨਸਾਨ ਜਿਹੜਾ ਇੱਥੇ ਤੁਰਿਆ ਜਾਂਦਾ, ਮੈਂ ਜੇ ਕਿਤੇ ਕਹਾਂ ਨਾ ਕਿ ਉਹਨੂੰ ਮੈਂ ਇਹ ਗੱਲ ਦੱਸਾਂ ਤੇ ਉਹ ਵੀ ਇਹ ਕਹੂਗਾ ਕਿ ਨਹੀਂ ਜੀ, ਬੈਂਕ ਬਿਨਾਂ ਨਿਲਾਮੀ ਤੋਂ ਕੋਈ ਸਮਾਨ ਨਹੀਂ ਵੇਚ ਸਕਦਾ। ਆਪੇ ਜੀ ਦੋ ਸਵਾਲ ਨੇ ਇੱਥੇ। ਪਹਿਲਾ ਸਵਾਲ ਇਹ ਆ, ਸਟੇਟ ਬੈਂਕ ਆਫ ਪਹਿਲਾਂ ਜੈਪੁਰ ਕਿਹੜਾ ਦੱਸਿਆ ਤੁਸੀਂ ਬੈਂਕ? ਬੀਕਾਨੇਰ ਐਂਡ ਜੈਪੁਰ। ਬੀਕਾਨੇਰ ਐਂਡ ਜੈਪੁਰ ਹੁਣ ਸਟੇਟ ਬੈਂਕ ਆਫ ਇੰਡੀਆ ਹੋ ਗਿਆ ਵਾ। ਜੀ। ਬੈਂਕ ਦਾ ਤੁਹਾਡੇ ਨਾਲ ਅਜਿਹਾ ਕੀ ਖੁੰਦਕ ਸੀ, ਬੈਂਕ ਨੇ ਤੁਹਾਡਾ ਐਡਾ ਨੁਕਸਾਨ ਕੀਤਾ? ਦੂਜਾ ਸਵਾਲ ਇਹ ਆ, ਬੈਂਕ ਦਾ ਪੁਲਿਸ ਪ੍ਰਸ਼ਾਸਨ ਨਾਲ ਕੀ ਕਨੈਕਸ਼ਨ ਹੈਗਾ ਵੀ ਐਡਾ ਪੁਲਿਸ ਪ੍ਰਸ਼ਾਸਨ ਨੂੰ ਬਚਾ ਰਹੀ ਹੈ? ਤੁਹਾਡੇ ਇੱਕ ਵਕੀਲ ਦੇ ਤੌਰ ਤੇ ਤੁਹਾਨੂੰ ਪੁੱਛਾਂ ਤਾਂ ਕੀ ਤੁਹਾਡਾ ਜਵਾਬ ਹੋਏਗਾ? ਦੇਖੋ, ਵੱਡੇ ਅਧਿਕਾਰੀ ਆ ਬੈਂਕ ਦੇ, ਏਜੀਐਮ ਡੀਜੀਐਮ ਲੈਵਲ ਦੇ ਅਧਿਕਾਰੀ ਨੇ ਜਿਹੜੇ ਇਸ ਨਿਲਾਮੀ ਦੇ ਹਿੱਸੇਦਾਰ ਨੇ, ਇਸ ਨਿਲਾਮੀ ਨੂੰ ਕਰਾਉਣ ਦੇ ਵਿੱਚ ਜਿਨ੍ਹਾਂ ਨੇ ਆਪਣਾ ਰੋਲ ਅਦਾ ਕੀਤਾ ਹੈਗਾ। ਹੁਣ ਮੈਂ ਇਹ ਸਮਝਦਾ ਕਿ ਵੀ ਇਹ ਸ਼ਾਇਦ ਸਹਿਚਾਰ ਹੈ, ਪਿਆਰ ਹੈਗਾ ਇਹਨਾਂ ਦਾ ਮੁਲਾਜ਼ਮਾਂ ਦਾ ਆਪਣਾ ਆਪਸ ਦੇ ਵਿੱਚ। ਤੇ ਦੂਜੇ ਪਾਸੇ ਪ੍ਰਾਈਵੇਟ ਪਾਰਟੀ ਜਿਹੜੀ ਬਹੁਤ ਹੀ ਅਮੀਰ ਹੈਗੀ ਹੈ, ਜਿਨ੍ਹਾਂ ਦੇ ਪੈਰ ਬਹੁਤ ਉੱਚੇ ਨੇ। ਹੁਣ ਕਾਰਨ ਤਾਂ ਦੇਖੋ, ਤੁਸੀਂ ਆਪ ਤੁਨਾ ਸਾਹਿਬ ਸਮਝਦਾਰ ਹੋ ਕਿ ਅਸੀਂ ਇੱਥੇ, ਮੈਂ ਖੁੱਲ੍ਹ ਕੇ ਕਹਾਂ ਕਿ ਵੀ ਇੱਥੇ ਪੈਸਿਆਂ ਦਾ ਲੈਣ ਦੇਣ ਹੋ ਰਿਹਾ, ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇਹਦੇ 'ਚ ਕੋਈ ਕਹਿਣਾ ਗਲਤ ਹੈ। ਕਿਉਂਕਿ ਜੇਕਰ ਇਨਸਾਫ, ਜੇਕਰ ਸਾਹਮਣੇ ਪਏ ਡਾਕੂਮੈਂਟ ਨਹੀਂ ਦਿਖ ਰਹੇ ਪੁਲਿਸ ਨੂੰ, ਤਾਂ ਮੇਰੇ ਹਿਸਾਬ ਨਾਲ ਫਿਰ ਉਹ ਪੁਲਿਸ ਕੈਪੇਬਲ ਨਹੀਂ ਹੈਗੀ ਉਸ ਕੁਰਸੀ ਤੇ ਬਹਿਣ ਦੀ ਜਿੱਥੇ ਉਹ ਬੈਠੇ ਨੇ। ਉਹਨਾਂ ਨੂੰ ਇਹ ਕੁਰਸੀ ਛੱਡ ਦੇਣੀ ਚਾਹੀਦੀ ਹੈ, ਛੱਡ ਕੇ ਕਿਸੇ ਐਸੇ ਇਨਸਾਨ ਨੂੰ ਜਿਹੜਾ ਟੈਲੈਂਟ ਬਹੁਤ ਹੈ ਜੀ ਇੰਡੀਆ 'ਚ। ਜੀ ਇੱਥੇ ਬਹੁਤ ਮਤਲਬ ਦੇਖੋ ਤੁਸੀਂ, ਬੜੇ ਇੰਟੈਲੀਜੈਂਟ ਇੱਥੇ ਅਫਸਰ ਹੈਗੇ ਆ ਜਾਂ ਬਣ ਸਕਦੇ ਨੇ। ਜੇ ਨਹੀਂ ਇੰਨੇ ਕੈਪੇਬਲ ਜਾਂ ਇਹਨਾਂ ਨੇ ਦੱਬ ਕੇ ਹੀ ਕੰਮ ਕਰਨਾ ਹੈਗਾ ਜਾਂ ਮੁਲਾਜ਼ਮਾਂ ਨੂੰ ਹੀ ਬਚਾਉਣਾ, ਤਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਕੁਰਸੀ ਛੱਡ ਦੇਣੀ। ਜਿਹੜਾ ਤੁਹਾਡਾ ਬੈਂਕ ਦਾ ਵੈਸੇ ਪੈਸੇ ਲੈਣ ਦੇਣ ਸੀ ਉਹ ਕਲੀਅਰ ਹੋ ਗਿਆ? ਹੁਣ ਤੁਹਾਡਾ ਇਕੱਲਾ ਚੋਰੀ ਵਾਲਾ ਚੱਲਦਾ ਪਿਆ ਇਸ਼ੂ, ਜਾਂ ਹਲੇ ਜਿਹੜਾ ਲੈਣ ਦੇਣ ਉਹ ਵੀ ਪੈਂਡਿੰਗ ਪਿਆ ਹਲੇ? ਲੈਣ ਦੇਣ ਬਾਬਤ ਮੈਂ ਉਹਨਾਂ ਨੂੰ ਦੁਬਾਰਾ ਦਰਖਾਸਤ ਦਿੱਤੀ ਸੀ ਵੀ ਤੁਹਾਡੇ ਜਿੰਨੇ ਹੋਰ ਬਣਦੇ ਆ ਲੈ ਲਓ। ਜਿਹੜੀਆਂ ਸਾਡੀਆਂ ਕ੍ਰਿਮੀਨਲ ਕੰਪਲੇਂਟਸ ਆ, ਜਿਹੜੀਆਂ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਆ, ਸਟੇਟ ਨੇ ਦਰਜ ਕਰਾਈਆਂ ਹੋਈਆਂ, ਉਹ ਅਸੀਂ ਵਾਪਸ ਨਹੀਂ ਲਵਾਂਗੇ। ਤੁਸੀਂ ਜਿੰਨੇ ਅਕਾਊਂਟਸ ਆ ਸਾਡੇ ਨਾਲ ਸੈਟਲ ਕਰ ਲਓ। ਅਸੀਂ ਉਹ ਸੈਟਲ ਕਰਕੇ ਜ਼ਮੀਨ ਦਾ ਕਬਜ਼ਾ ਲੈ ਲਿਆ, ਤੇ ਉਹ ਜ਼ਮੀਨ ਦਾ ਕਬਜ਼ਾ ਦੇਣ ਮੌਕੇ ਅਫਸਰ ਸਾਨੂੰ ਇਹ ਲਿਖ ਕੇ ਦੇ ਕੇ ਗਏ ਆ ਵੀ ਜੋ ਇਨਵੈਂਟਰੀ ਬਣਾਈ ਸੀ ਉਹ ਇੱਥੇ ਮੌਜੂਦ ਨਹੀਂ ਹੈ। ਜੇਕਰ ਉਹ ਮੌਜੂਦ ਨਹੀਂ ਹੈ ਤਾਂ ਹੂ ਇਜ਼ ਲਾਇਬਲ। ਜਦੋਂ ਬੈਂਕ ਤੁਹਾਨੂੰ ਇਹ ਲਿਖ ਕੇ ਦੇ ਰਿਹਾ ਕਬਜ਼ਾ ਦੇਣੇ ਵੇਲੇ ਵੀ ਜੋ ਇੱਥੇ ਸਮਾਨ ਸੀਗਾ ਉਹ ਇੱਥੇ ਮੌਜੂਦ ਨਹੀਂ ਹੈਗਾ, ਜਦੋਂ ਬੈਂਕ ਨੇ ਕਬਜ਼ਾ ਲਿਆ ਸੀ ਉਦੋਂ ਕੋਈ ਡਾਕੂਮੈਂਟ ਜਾਂ ਉਦੋਂ ਕੋਈ ਪ੍ਰੂਫ ਦਿੱਤੇ ਸੀ ਬੈਂਕ ਨੇ ਵੀ ਹਾਂ ਅੰਦਰ ਆਹ ਮਸ਼ੀਨਰੀ ਪਈ ਆ, ਆਹ ਐਡਾ ਵੱਡਾ ਇੱਥੇ ਸਮਾਨ ਪਿਆ ਹੈਗਾ ਜਿਹੜਾ ਅਸੀਂ ਉਹਦੇ ਨਾਲ ਇਹਨੂੰ ਕਬਜ਼ੇ 'ਚ ਲੈ ਰਹੇ ਸੀ, ਉਹ ਉਸ ਸਮੇਂ ਦਾ ਪ੍ਰੂਫ ਹੈਗਾ ਤੁਹਾਡੇ ਕੋਲ ਜੀ? ਸਾਰੇ ਹੀ ਪ੍ਰੂਫ ਹੈ ਜੀ। ਜੀ 4 ਤੋਂ 5 ਵਾਰੀ ਇਸ ਜਗ੍ਹਾ ਦੀ ਵੀਡੀਓਗ੍ਰਾਫੀ ਵੱਖ-ਵੱਖ ਸਮੇਂ ਤੇ ਵੱਖ-ਵੱਖ ਅਧਿਕਾਰੀਆਂ ਨੇ ਕਰਾਈ ਜੀ। ਉਹ ਜੇਕਰ ਤੁਸੀਂ ਚੰਗੀ ਤਰ੍ਹਾਂ ਵਾਚੋ ਉਸ ਵੀਡੀਓਗ੍ਰਾਫੀਆਂ ਨੂੰ, ਤਾਂ ਹਰ ਵੀਡੀਓਗ੍ਰਾਫੀ ਦੇ ਵਿੱਚ ਉਹ ਸਮਾਨ ਘਟਦਾ ਜਾ ਰਿਹਾ ਜੀ। ਜੇ ਅੱਜ ਇੱਥੇ ਅਸੀਂ ਖੜੇ ਹੁੰਦੇ ਸੀਗੇ ਤਾਂ ਕੱਲ ਸ਼ਾਇਦ ਜੇ ਦੁਬਾਰਾ ਆਉਣਾ ਹੁੰਦਾ ਸੀ ਕਿਸੇ ਅਫਸਰ ਨੇ ਤਾਂ ਕੁਝ ਸਮਾਨ ਘੱਟ ਹੁੰਦਾ ਸੀ ਜੀ। ਇੰਨੀਆਂ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਜੇ ਇਹ ਹਾਲ ਹੈਗਾ, ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇੱਥੇ ਕੋਈ ਇਨਸਾਫ ਦੀ ਉਮੀਦ ਰੱਖ ਸਕਦਾ। ਹਰਪ੍ਰੀਤ ਜੀ, ਜਿਹੜਾ ਬੈਂਕ ਲੋਨ ਸੀਗਾ ਜਾਂ ਹੁਣ ਜਿਹੜਾ ਤੁਹਾਡੀ ਕੰਪਲੇਂਟ ਚੱਲ ਰਹੀ ਆ, ਉਹ ਕੋਈ ਫਰਮ ਦੇ ਨਾਮ ਤੇ ਅਗੇਂਸਟ ਬੈਂਕ ਜਾਂ ਕਿਸੇ ਇੰਡੀਵਿਜੂਅਲ ਨਾਮ ਤੇ ਹੈਗਾ ਜੀ? ਫਰਮ ਦਾ ਲੋਨ ਸੀਗਾ ਜੀ, ਲੁਧਿਆਣਾ ਪਲਾਸਟਿਕ। ਲੁਧਿਆਣਾ ਪਲਾਸਟਿਕ ਜੀ। ਜਿਹੜੀ ਹੁਣ ਕੰਪਲੇਂਟ ਆ ਉਹ ਵੀ ਲੁਧਿਆਣਾ ਪਲਾਸਟਿਕ ਵੱਲੋਂ ਆ ਜੀ? ਉਹ ਉਹਨਾਂ ਦੇ ਡਾਇਰੈਕਟਰ ਵੱਲੋਂ ਹੈ। ਡਾਇਰੈਕਟਰ ਵੱਲੋਂ? ਉਹ ਮੇਰੇ ਤਾਇਆ ਜੀ ਹੈ ਜੀ। ਜੀ, ਕੀ ਨਾਮ ਹੈ ਜੀ ਉਹਨਾਂ ਦਾ? ਹਰਜੀਤ ਸਿੰਘ। ਹਰਜੀਤ ਸਿੰਘ ਵੱਲੋਂ ਇਹ ਕੰਪਲੇਂਟ ਜੀ ਜੀ। ਸੋ ਤੁਸੀਂ ਕੀ ਦੇਖਦੇ ਹੋ? ਚਲੋ ਸਾਰਾ ਮਾਮਲਾ ਧਿਆਨ ਵਿੱਚ ਸਾਡੇ ਆ ਗਿਆ, ਕਿਵੇਂ ਦੇਖਦੇ ਹੋ? ਫਿਰ ਦੁਬਾਰਾ ਸਵਾਲ ਆ ਜਾਂਦਾ, ਇੱਕ ਵਕੀਲ ਨਾਲ ਐਡਾ ਵੱਡਾ ਧੱਕਾ ਹੁੰਦਾ ਵਾ ਤੇ ਪਬਲਿਕ ਕਿੱਧਰ ਨੂੰ ਜਾ ਰਹੀ ਆ, ਸਾਡਾ ਸਿਸਟਮ ਕਿੱਧਰ ਨੂੰ ਜਾ ਰਿਹਾ, ਸਾਡੇ ਬੈਂਕ ਕਿੱਧਰ ਨੂੰ ਜਾ ਰਿਹਾ, ਜਿਨ੍ਹਾਂ ਦੇ ਵਿਸ਼ਵਾਸ ਕਰਕੇ ਅਸੀਂ ਲੋਨ ਲੈਂਦੇ ਆ, ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਗੱਲ ਕਰਦੇ ਆ। ਇੱਕ ਪਾਸੇ ਤਾਂ ਗੱਲ ਹੁੰਦੀ ਆ ਵੀ ਯਾਰ ਬੰਦਾ ਬੈਂਕ ਦਾ ਲੋਨ ਮਾਰ ਕੇ ਭੱਜ ਗਿਆ, ਤੁਸੀਂ ਪੈਸੇ ਵੀ ਦੇਤੇ, ਤੁਸੀਂ 19 ਦਾ 23 ਲੱਖ ਮੋੜਤਾ, ਤੁਸੀਂ 90 ਲੱਖ ਦੀ ਵੀ ਦੇਣ ਨੂੰ ਤਿਆਰ ਹੋ ਗਏ, ਤੁਸੀਂ ਬਾਅਦ ਚੋਂ ਸੈਟਲਮੈਂਟ ਵੀ ਕਰ ਲਈ, ਸਾਡੇ ਤੋਂ ਵੱਧ ਲੈ ਲਓ, ਫਿਰ ਵੀ ਬੈਂਕ ਤੁਹਾਡੇ ਨਾਲ ਧੱਕਾ ਕਰਦੇ। ਕਿੱਧਰ ਨੂੰ ਜਾ ਰਿਹਾ ਸਿਸਟਮ? ਸਾਰਾ ਸਿਸਟਮ ਇਹ ਹੈ ਜੀ ਵੀ ਅਸੀਂ ਇਹ ਸੋਚ ਕੇ ਬੈਂਕ ਤੋਂ ਲੋਨ ਲੈਂਦੇ ਆ ਜਾਂ ਆਪਣੇ ਪੈਸੇ ਬੈਂਕ 'ਚ ਜਮ੍ਹਾਂ ਕਰਾਉਂਦੇ ਆ। ਮੈਂ ਇਸ ਗੱਲ ਤੇ ਆਵਾਂ ਕਿ ਸਾਡੇ ਪੈਸੇ ਬਹੁਤ ਸੇਫ ਨੇ ਜੀ, ਜਾਂ ਅਸੀਂ ਬੈਂਕ ਸਰਕਾਰੀ ਬੈਂਕ ਤੋਂ ਲੋਨ ਲਿਆ, ਸਾਡਾ ਇੱਥੇ ਰਹਿਣਾ ਬਹੁਤ ਸੇਫ ਹੈ।
ਤਾਂ ਮੈਂ ਇਹ ਸਾਰੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਦੀ ਕਾਰਜਕਾਰੀ, ਬੈਂਕ ਦੀ ਕਾਰਜਕਾਰੀ, ਬੈਂਕ ਦੀ ਮੈਂ ਗੱਲ ਨਹੀਂ ਕਰਾਂਗਾ, ਮੈਂ ਕਹੂੰਗਾ ਬੈਂਕ ਅਧਿਕਾਰੀਆਂ ਦੀ, ਕਿਉਂਕਿ ਦੇਖੋ ਬੈਂਕ ਮਾੜਾ ਨਹੀਂ ਹੁੰਦਾ, ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ, ਮਾੜਾ ਹੁੰਦਾ ਸਿਸਟਮ, ਮਾੜੇ ਹੁੰਦੇ ਆ ਬੰਦੇ। ਉਹ ਬੰਦਿਆਂ ਦੀ ਨਲਾਇਕੀ ਕਰਕੇ, ਸਿਰਫ ਇੱਕ ਨਲਾਇਕੀ ਕਰਕੇ ਪਹਿਲੀ ਚੋਰੀ ਨੂੰ ਹੀ ਦਬਾਉਣਾ, ਉਹ ਦਬਾਉਣ ਦੇ ਚੱਕਰ ਦੇ ਵਿੱਚ ਇੱਕ ਗਲਤੀ ਤੇ ਦੂਜੀ ਗਲਤੀ, ਤੀਜੀ ਤੇ ਚੌਥੀ, ਚੌਥੀ ਤੇ ਪੰਜਵੀਂ, ਸਿਰਫ ਗਲਤੀਆਂ ਦਾ ਕੰਮ ਰਹਿ ਗਿਆ। ਇਨਸਾਫ ਵਾਲੀ ਗੱਲ ਜੇ ਕਰੀਏ ਜਾਂ ਆਪਾਂ ਗੱਲ ਕਰੀਏ ਕਿ ਵੀ ਕੋਈ ਜਸਟਿਸ ਇਦਾਂ ਦਾ ਕੋਈ ਕੰਮ ਕਰਦੇ ਕਿ ਸਾਨੂੰ ਵੀ ਲੱਗਦਾ ਕਿ ਹਾਂ ਸਾਡੇ ਨਾਲ ਇਨਸਾਫ ਹੋਇਆ, ਉਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਬੈਂਕਾਂ 'ਤੇ ਕੋਈ ਵਿਸ਼ਵਾਸ ਨਹੀਂ। ਜੇ ਬੈਂਕ ਅਧਿਕਾਰੀ ਇਦਾਂ ਦੇ ਤੁਸੀਂ ਭਰਤੀ ਕਰੋਗੇ ਜਿਹੜੇ ਕੈਪੇਬਲ ਹੀ ਨਹੀਂ ਹੈਗੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਸਮਾਨ ਬਿਨਾਂ ਨਿਲਾਮੀ ਤੋਂ ਨਹੀਂ ਵੇਚ ਸਕਦੇ, ਸਿਰਫ ਇੱਕ ਕੁਰਸੀ ਤੇ ਬਹਿ ਜਾਣਾ ਤੇ ਇਹ ਕਹਿਣਾ ਕਿ ਹਾਂਜੀ ਮੈਂ ਤਾਂ ਬੈਂਕ ਦਾ AGM ਆ, ਮੈਂ ਇਸ ਸੇਲ ਦਾ ਆਥੋਰਾਈਜ਼ਡ ਅਫਸਰ ਹਾਂ, ਮੈਂ ਜੋ ਮਰਜ਼ੀ ਕਰ ਸਕਦਾ, ਉਹ ਕਰੂਗਾ ਤਾਂ ਪ੍ਰੋਸੀਜਰ 'ਚ ਕਰੂਗਾ, ਤਾਂ ਇੱਕ ਅਡਾਪਟ ਕਰੂਗਾ ਨਾ ਪ੍ਰੋਸੀਜਰ ਨੂੰ। ਉਹ ਪ੍ਰੋਸੀਜਰ ਨੂੰ ਅਡਾਪਟ ਕਰੇ ਬਿਨਾ ਸਿਰਫ ਇਸ ਗੱਲ ਦਾ ਹੰਕਾਰ ਹੋਣਾ ਕਿ ਮੈਂ ਇੱਕ ਆਥੋਰਾਈਜ਼ਡ ਅਫਸਰ ਹਾਂ ਤੇ ਇਹ ਕਹਿ ਦੇਣਾ ਕਿ ਮੈਂ ਜੋ ਮਰਜ਼ੀ ਕਰਾਂ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੱਧਰ ਨੂੰ ਜਾ ਰਹੀ ਹੈ। ਪੁਲਿਸ ਦੀ ਤੁਸੀਂ ਗੱਲ ਪੁੱਛੀ ਹੈਗੀ ਆ, ਤਾਂ ਸਾਹਮਣੇ ਪਏ ਡਾਕੂਮੈਂਟਸ ਨੇ, ਸਾਰਾ ਐਵੀਡੈਂਸ ਦਿੱਤਾ ਹੋਇਆ, ਉਹ ਆਪਣੀ ਤਫਤੀਸ਼ 'ਚੋਂ ਆਪਣੇ ਡਾਕੂਮੈਂਟ ਕੱਢ ਲੈਂਦੇ ਨੇ ਜੀ। ਪ੍ਰੋਵਾਈਡ ਕੀਤੇ ਹੋਏ ਡਾਕੂਮੈਂਟਸ ਸਾਡੇ ਵੱਲੋਂ ਤਫਤੀਸ਼ ਕਰਕੇ ਰਿਪੋਰਟ ਦੇਣ ਲੱਗਿਆਂ ਵਿੱਚੋਂ ਕੱਢ ਲੈਣ, ਇਹ ਪੁਲਿਸ ਦਾ ਅਧਿਕਾਰ ਹੈ ਜੀ। ਕੀ ਤੁਸੀਂ ਸਮਝਦੇ ਹੋ ਕਿ ਵੀ ਜਿਹੜੇ ਅਫਸਰ ਆਪਣੇ ਹੱਥਾਂ ਨਾਲ ਡਾਕੂਮੈਂਟ ਕੱਢ ਰਹੇ ਨੇ ਤੇ ਉਹਨਾਂ ਦੇ ਅਫਸਰ ਉਹਨਾਂ ਨੂੰ ਬਚਾ ਰਹੇ ਨੇ, ਕੀ ਸਾਡੇ ਨਾਲ ਇਨਸਾਫ ਹੋ ਸਕਦਾ? ਕਿਹੜੇ ਡਾਕੂਮੈਂਟ ਕੱਢਣ ਦੀ ਗੱਲ ਕਰ ਰਹੇ ਹੋ ਤੁਸੀਂ? ਇਹਦੀ ਤਫਤੀਸ਼ ਜੀ EO ਵਿੰਗ ਇੰਸਪੈਕਟਰ ਬੇਅੰਤ ਜਿਹਦੇ ਹੇਠ ASI ਕੁਲਦੀਪ ਸਿੰਘ ਕਰ ਰਿਹਾ ਸੀ, ਉਹਨਾਂ ਨੇ ਜੀ ਡਾਕੂਮੈਂਟਸ ਜਿਹੜੇ ਆ ਪ੍ਰੋਵਾਈਡ ਕੀਤੇ, ਅਸੀਂ ਉਹਨਾਂ ਨੇ ਜਾ ਕੇ ਬਿਆਨ ਲਿਖੇ, ਉਹਨਾਂ ਨੇ ਡਾਕੂਮੈਂਟਸ ਲਏ, ਸਾਡੇ ਵੱਲੋਂ ਦਿੱਤੇ ਬਿੱਲ ਲਏ। ਜਦੋਂ ਰਿਪੋਰਟ ਦਿੱਤੀ ਤਾਂ ਸਭ ਕੁਝ ਕੱਢ ਲਿਆ ਜੀ ਉਹਨਾਂ ਨੇ। ਜਦੋਂ ਇਹ ਗੱਲ ਜਾ ਕੇ ਮੈਂ ਕਮਿਸ਼ਨਰ ਸਾਹਿਬ ਨੂੰ ਦੱਸੀ, ਉਹਨਾਂ ਨੂੰ ਜਾ ਕੇ ਮੈਂ ਉਹਦਾ ਸਬੂਤ ਦਿੱਤਾ, ਉਹ ਡਾਕੂਮੈਂਟ ਤਾਂ ਵਾਪਸ ਆ ਗਏ। ਫਟਕਾਰ ਲਾਈ ਨਹੀਂ ਲਾਈ ਉਹ ਨਹੀਂ ਪਤਾ, ਕਾਰਵਾਈ ਹੋਈ ਕਿ ਨਹੀਂ ਹੋਈ ਪਤਾ ਨਹੀਂ, ਕਿਉਂਕਿ ਉਹ ਤਾਂ ਸਾਹਮਣੇ ਸ਼ਰੇਆਮ ਘੁੰਮ ਰਹੇ ਨੇ। ਜੀ ਬਿਲਕੁਲ। ਵਿੱਚੋਂ ਕੱਢਣ ਦਾ ਅਧਿਕਾਰ ਕਿਹਨੇ ਦਿੱਤਾ? ਤੁਸੀਂ ਐਸੇ ਅਫਸਰਾਂ ਤੋਂ ਇਨਸਾਫ ਦੀ ਉਮੀਦ ਰੱਖ ਸਕਦੇ? ਮੇਰੇ ਹਿਸਾਬ ਨਾਲ ਕੋਈ ਉਮੀਦ ਨਹੀਂ ਹੈ ਜੀ। ਸੋ ਇਹ ਸਨ ਹਰਪ੍ਰੀਤ ਸਿੰਘ ਐਡਵੋਕੇਟ ਜਿਹੜੇ ਵਕੀਲ ਹੈਗੇ ਨੇ। ਸੋ ਦਾਸਤਾ ਦੱਸੀ ਆ, ਖੰਡਰ ਬਣਿਆ, ਖੰਡਰ ਕਿਹਨੇ ਬਣਾਇਆ ਉਹ ਦੱਸਿਆ ਵਾ। ਬੈਂਕਾਂ ਦਾ ਅਸੀਂ ਵਿਸ਼ਵਾਸ ਕਰਦੇ ਹਾਂ, ਬੈਂਕਾਂ ਤੋਂ ਲੋਨ ਲੈਂਦੇ ਹਾਂ, ਬੈਂਕਾਂ ਲੋਨ ਮੋੜਦੇ ਹਾਂ ਇੱਕ ਅਸੀਂ ਕਾਰੋਬਾਰ ਕਰਨ ਲਈ, ਪਰ ਬੈਂਕ ਨੇ ਜਿਸ ਤਰ੍ਹਾਂ ਨਾਲ ਹਰਪ੍ਰੀਤ ਸਿੰਘ ਹੋਰਾਂ ਨਾਲ ਧੱਕਾ ਕੀਤਾ ਤਾਂ ਅੱਗੋਂ ਪੁਲਿਸ ਦੀ ਜਿਹੜੀ ਮੈਂ ਨਲਾਇਕੀ ਕਹੂੰਗਾ, ਪੁਲਿਸ 'ਤੇ ਵੱਡੇ ਦੋਸ਼ ਲਗਾਏ ਨੇ। ਪੁਲਿਸ ਨੇ ਹਾਲ ਤੱਕ ਕਰੀਬ 2.5 ਮਹੀਨੇ ਹੋਣ ਵਾਲੇ ਨੇ, 2.5 ਸਾਲ ਹੋਣ ਵਾਲੇ ਨੇ, 2.5 ਸਾਲ ਜਿਹੜਾ ਪਰਚਾ ਦਰਜ ਹੋਣ ਤੋਂ ਬਾਅਦ 2.5 ਸਾਲ ਹੋਣ ਵਾਲੇ ਨੇ, ਤਾਂ ਕੋਈ ਵੀ ਇੱਥੇ ਹਾਲੇ ਤੱਕ ਕਾਰਵਾਈ ਜਿਹੜੀ ਨਹੀਂ ਹੋਈ। ਸੋ ਜਵਾਬ ਅਸੀਂ ਪੁਲਿਸ ਅਧਿਕਾਰੀਆਂ ਤੋਂ ਵੀ ਲਵਾਂਗੇ ਤੇ ਜਵਾਬ ਅਸੀਂ ਬੈਂਕ ਅਧਿਕਾਰੀ ਤੋਂ ਲਵਾਂਗੇ ਕਿ ਆਖਿਰਕਾਰ ਇਸ ਜ਼ਮੀਨ ਨੂੰ, ਇਸ ਕਾਰੋਬਾਰ ਨੂੰ ਖੰਡਰ ਕਿਉਂ ਬਣਾਇਆ ਗਿਆ, ਕੀ ਕਾਰਨ ਰਹੇ ਨੇ ਵੀ ਇੱਕ ਹੱਸਦਾ ਫਸਦਾ ਜਿਹੜਾ ਇਹ ਕਾਰੋਬਾਰ ਸੀ ਉਹਨੂੰ ਉਜਾੜ ਦਿੱਤਾ ਗਿਆ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਪ੍ਰਾਈਮੋ ਦੇ। ਸਤਿ ਸ਼੍ਰੀ ਅਕਾਲ। ਉੱਥੇ ਹੀ ਜਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਕੈਮਰੇ ਦੇ ਅੱਗੇ ਆ ਕੇ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ। ਉੱਥੇ ਹੀ ਜਦੋਂ ਇਸ ਮਾਮਲੇ ਦੇ ਵਿੱਚ ਬੈਂਕ ਦੇ ਕਰਮਚਾਰੀਆਂ ਦੇ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਪ੍ਰਾਈਮੋ ਦੇ ਲਈ ਲੁਧਿਆਣਾ ਤੋਂ ਇੰਦਰਪਾਲ ਸਿੰਘ ਧੁੰਨਾ ਦੀ ਰਿਪੋਰਟ। ਦੇਸ਼ ਵਿਦੇਸ਼ ਟਾਈਮਸ ਲਈ ਲੁਧਿਆਣਾ ਤੋਂ ਇੰਦਰਪਾਲ ਸਿੰਘ ਧੁੰਨਾ ਦੀ ਰਿਪੋਰਟ।